ਸਤਿ ਸ਼੍ਰੀ ਅਕਾਲ ਦੋਸਤੋ, ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਾਸ ਮੁਲਾਕਾਤ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅਸੀਂ ਕੋਸ਼ਿਸ਼ ਕਰਦੇ ਹਾਂ ਹਰ ਵਾਰ ਕਿਸੇ ਖਾਸ ਸ਼ਖਸੀਅਤ ਨਾਲ ਗੱਲਬਾਤ ਕਰਾਈ ਜਾਵੇ। ਅਸੀਂ ਉਸ ਖਾਸ ਸ਼ਖਸੀਅਤ ਨਾਲ ਗੱਲਬਾਤ ਕਰਾਵਾਂਗੇ ਜਿਨ੍ਹਾਂ ਨੂੰ ਤੁਸੀਂ ਅਕਸਰ ਹੀ ਧਾਰਮਿਕ ਸਥਾਨਾਂ ਦੇ ਉੱਪਰ ਦੇਖਦੇ ਹੋ, ਕਿਉਂਕਿ ਉਹਨਾਂ ਨੂੰ ਗੁਰਬਾਣੀ ਦਾ ਬਹੁਤ ਗਿਆਨ ਹੈ। ਸਰਦਾਰ ਬਲਦੇਵ ਸਿੰਘ ਜੀ ਇਤਿਹਾਸਿਕ ਨਗਰੀ ਭਾਈ ਕਾਨ ਸਿੰਘ ਨਾਭਾ ਦੀ ਇਤਿਹਾਸਿਕ ਨਗਰੀ ਹੈ, ਉੱਥੋਂ ਦੇ ਵਸਨੀਕ ਨੇ। ਗੁਰਦੁਆਰਾ ਮਹੱਲਾ ਕਰਤਾਰਪੁਰਾ ਕਹੋਟਾ ਨਾਭਾ ਉੱਥੋਂ ਦੇ ਸਾਬਕਾ ਪ੍ਰਧਾਨ ਨੇ ਤੇ ਹੁਣ ਵੀ ਜਿਹੜਾ ਗੁਰਦੁਆਰਾ ਸਾਹਿਬ ਦੀ ਲੰਬੇ ਸਮੇਂ ਤੋਂ ਜਿਹੜੀ ਉਹ ਸੇਵਾ ਕਰ ਰਹੇ ਨੇ। ਅਸੀਂ ਗੱਲਬਾਤ ਵੀ ਕਰਾਂਗੇ ਖਾਸ ਮੁਲਾਕਾਤ ਦੇ ਵਿੱਚ, ਪਰ ਮੈਂ ਆਪਣੇ ਦਰਸ਼ਕਾਂ ਨੂੰ ਕਹਿਣਾ ਵੀ ਤੁਸੀਂ ਜਿਹੜੀ ਇਹ ਇੰਟਰਵਿਊ ਹੈ ਜ਼ਰੂਰ ਇੱਕ ਵਾਰ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਰਾਹੀਂ ਜ਼ਰੂਰ ਜਿਹੜਾ ਸੁਣਿਓ, ਕਿਉਂਕਿ ਇਸ ਖਾਸ ਮੁਲਾਕਾਤ ਦੇ ਵਿੱਚ ਬਹੁਤ ਚਰਚਾਵਾਂ ਹੋਣਗੀਆਂ, ਬਹੁਤ ਗੱਲਾਂ ਬਾਤਾਂ ਹੋਣਗੀਆਂ। ਸੋ ਅਸੀਂ ਗੱਲਬਾਤ ਵੀ ਕਰਾਂਗੇ। ਬਲਦੇਵ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਿਸ ਤਰ੍ਹਾਂ ਗੱਲ ਕੀਤੀ ਜਾਵੇ ਬਲਦੇਵ ਸਿੰਘ ਜੀ, ਆਪਾਂ ਥੋੜ੍ਹਾ ਜਿਹਾ ਪਿਛੋਕੜ ਤੋਂ ਗੱਲ ਕੀਤੀ ਜਾਵੇ, ਤੁਹਾਡੇ ਇਤਿਹਾਸਿਕ ਦੀ ਗੱਲ ਕੀਤੀ ਜਾਵੇ, ਕਿਹੜੀ ਜਗ੍ਹਾ 'ਤੇ ਰਹਿਣ ਵਾਲੇ ਹੋ, ਇਤਿਹਾਸ ਕੀ ਹੈ, ਉਹ ਥੋੜ੍ਹੀ ਆਪਾਂ ਜਾਣਕਾਰੀ ਸਾਂਝੀ ਕੀਤੀ ਜਾਵੇ, ਫਿਰ ਆਪਾਂ ਅੱਗੇ ਸ਼ੁਰੂ ਜਿਹੜਾ ਆਪਾਂ ਗੱਲਬਾਤ ਕਰਾਂਗੇ। ਮੈਂ ਇਸ ਵਕਤ ਜੋ ਖਾਸ ਪੱਤਰਕਾਰ ਨੇ ਚੜ੍ਹਦੀ ਕਲਾ ਪਟਿਆਲੇ ਦੇ ਸਰਦਾਰ ਅਮਰਜੀਤ ਸਿੰਘ ਜੀ, ਉਹਨਾਂ ਦੇ ਨਾਲ ਮੈਂ ਸਾਹਮਣੇ ਮੇਰੇ ਕੋਲ ਬੈਠੇ ਹਨ। ਮੇਰਾ ਜਨਮ ਤਹਿਸੀਲ ਕਹੋਟਾ, ਜ਼ਿਲ੍ਹਾ ਰਾਵਲਪਿੰਡੀ, ਪੁਠਵਾਰ ਦੀ ਧਰਤੀ 'ਤੇ ਅੱਜ ਤੋਂ 83 ਸਾਲ ਪਹਿਲਾਂ ਮੇਰਾ ਜਨਮ ਹੋਇਆ ਜੀ। ਮੈਂ ਉਸ ਧਰਤੀ ਪੁਠਵਾਰ ਦੀ ਧਰਤੀ ਦੇ ਵਿੱਚ ਜੋ ਕੁਝ ਹੋਇਆ 47 ਦੇ ਵਿੱਚ ਵਾਪਰਿਆ, ਉਹ ਮੈਂ ਆਪਣੇ ਨੇਤਰਾਂ ਦੇ ਨਾਲ ਦੇਖਿਆ, ਕੰਨਾਂ ਦੇ ਨਾਲ ਸੁਣਿਆ। ਜੋ ਕੁਝ ਉਹਨਾਂ ਪਿੰਡਾਂ ਦੇ ਵਿੱਚ ਸਿੱਖ ਔਰ ਹਿੰਦੂਆਂ ਦਾ ਕਤਲੇਆਮ ਕੀਤਾ ਗਿਆ, ਉਹ ਮੇਰੀ ਅੱਖਾਂ ਦੇ ਗੋਚਰੇ ਦੇ ਸਾਹਮਣੇ ਮੈਂ ਉਸ ਨੂੰ ਹੰਡਾਇਆ, ਸਰੀਰ 'ਤੇ ਵੀ ਹੰਡਾਇਆ। ਅਤੇ ਉਸ ਨਗਰੀ ਦੇ ਵਿੱਚ ਜੋ ਸਭ ਤੋਂ ਜੋ ਸਾਡੇ ਕਹੋਟੇ ਤੋਂ 40 ਕਿਲੋਮੀਟਰ ਦੂਰ ਪਿੰਡ ਲੈਤਰਾੜ ਨੜਾਈ, ਜਿਹੜਾ ਤਹਿਸੀਲ ਕਹੋਟੇ ਦਾ ਪਿੰਡ ਸੀ, ਉੱਥੇ ਦੇ ਵਿੱਚ ਜਿਹੜੇ 23 ਸ਼ਹੀਦ ਹੋਏ, 22 ਸ਼ਹੀਦ, ਜਿਨ੍ਹਾਂ ਵਿੱਚ ਜ਼ਿਆਦਾ ਮੇਰੀਆਂ ਭੂਆ ਸਨ, ਮੇਰੀ ਕੋਈ ਮਾਸੀ ਸੀ, ਕੋਈ ਮੇਰੀ ਨਾਨੀ ਸੀ, ਕੋਈ ਮੇਰੀ ਚਾਚੀ ਲੱਗਦੀ ਸੀ ਰਿਸ਼ਤੇ ਵਿੱਚੋਂ, ਕੋਈ ਮੇਰੇ ਨਾਨਾ ਜੀ ਦੀ ਭੈਣ ਲੱਗਦੀ ਸੀ, ਅਤੇ ਬੱਚੇ ਸਨ ਉਹਨਾਂ ਦੇ ਨਾਲ। ਅਤੇ ਇਹਨਾਂ ਨੇ ਉਸ ਪਿੰਡ ਦੇ ਵਿੱਚ ਕੀ ਹੋਇਆ ਕਿ ਉਸ ਪਿੰਡ ਨੂੰ ਕੁਝ ਮਹੀਨੇ ਪਹਿਲਾਂ ਮੁਸਲਿਮ ਲੀਗੀਆਂ ਨੇ ਸਾਰੇ ਪਾਕਿਸਤਾਨ ਦੇ ਵਿੱਚ ਜਲੂਸ ਕੱਢੇ ਕਿ ਅਸੀਂ ਹਿੰਦੂ ਸਿੱਖਾਂ ਨੂੰ ਮਾਰ ਦਿਆਂਗੇ ਤੇ ਇਹਨਾਂ ਦੇ ਮਕਾਨਾਂ ਤੇ ਦੁਕਾਨਾਂ ਤੇ ਕਬਜ਼ਾ ਕਰ ਲਵਾਂਗੇ। ਬਲਦੇਵ ਸਿੰਘ ਜੀ, ਕਾਰਨ ਕੀ ਹੋਇਆ ਸੀ, ਕਿਉਂ ਲੜਾਈ ਹੋਈ ਸੀ? ਮਕਸਦ, ਕਿਉਂਕਿ ਚੜ੍ਹਦੀ ਕਲਾ ਟਾਈਮ ਟੀਵੀ ਜਿਹੜੇ ਲੋਕ ਜੁੜੇ ਪਏ ਨੇ ਉਹ ਜਾਣਨਾ ਚਾਹੁੰਦੇ ਨੇ ਵੀ ਲੜਾਈ ਦਾ ਕਾਰਨ ਕੀ ਸੀ, ਕਿਉਂ ਇੰਨੇ ਸਿੰਘਣੀ ਜਿਹੜੀਆਂ ਸ਼ਹੀਦ ਕੀਤੀਆਂ ਗਈਆਂ, ਤੇ ਕੀ ਮਕਸਦ ਕੀ ਸੀ ਇਹਦਾ? ਕਿਉਂਕਿ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਸਾਡੀ ਪਾਕਿਸਤਾਨ ਦੇ ਵਿੱਚ ਆਬਾਦੀ ਬੜੀ ਘੱਟ ਸੀ, ਨੰਬਰ 1। ਨੰਬਰ 2 ਸੀ ਕਿ ਜਿਹੜੇ ਸਾਡੇ ਹਿੰਦੂ ਤੇ ਸਿੱਖ ਸਨ, ਇਹ ਮੁਸਲਮਾਨਾਂ ਨਾਲੋਂ ਅਮੀਰ ਸਨ ਜੀ। ਇਹਨਾਂ ਦੀ ਰਿਹਾਇਸ਼ ਬੜੀ ਅੱਛੀ, ਖਾਣਾ ਪੀਣਾ ਬੜਾ ਚੰਗਾ ਸੀ, ਜ਼ਮੀਨਾਂ ਦੇ ਔਰ ਬਿਜ਼ਨਸ ਦੇ ਮਾਲਕ ਸਨ। ਜਿਹੜੀ ਉੱਥੇ ਦੀ ਮੁਸਲਮਾਨ ਕੌਮ ਸੀ ਪਾਕਿਸਤਾਨ ਦੀ, ਉਹ ਬਰਦਾਸ਼ਤ ਨਹੀਂ ਕਰਦੇ ਸਨ ਕਿ ਇਹ ਜਿਹੜੇ ਹਿੰਦੂ ਤੇ ਸਿੱਖ ਹਨ ਸਾਡੇ ਕੋਲੋਂ ਅਮੀਰ ਹੋਣ ਜਾਂ ਇਹ ਸਾਡੀ ਜਾਇਦਾਦਾਂ ਦੇ ਮਾਲਕ ਹੋਣ। ਇਹ ਪਰ ਸਾਡੇ ਬਜ਼ੁਰਗਾਂ ਨੇ ਦੱਸਿਆ ਹੈ, ਮੈਂ ਵੀ ਸੁਣਿਆ ਹੈ, ਕਹਿੰਦੇ ਸਨ ਤੁਸੀਂ ਮਕਾਨ ਬਣਾਏ ਹਨ, ਦੁਕਾਨਾਂ ਬਣਾਈਆਂ ਹਨ, ਸਮਾਂ ਆਏਗਾ ਅਸੀਂ ਇਸ 'ਤੇ ਕਬਜ਼ਾ ਕਰਕੇ ਤੁਹਾਨੂੰ ਇੱਥੋਂ ਕੱਢਾਂਗੇ। ਇਹ ਸਾਰਾ ਪ੍ਰੀ ਪਲਾਨ ਸੀ ਮੁਸਲਿਮ ਲੀਗ ਦਾ। ਤਾਂ ਉਹ ਅਖੀਰ ਵਿੱਚ ਜੋ ਕੁਝ ਉਹਨਾਂ ਨੇ ਕੁਝ ਮਹੀਨੇ ਪਹਿਲਾਂ ਹਰ ਪਿੰਡਾਂ ਵਿੱਚ ਜਲੂਸ ਕੱਢੇ ਮੁਸਲਮਾਨਾਂ ਨੇ, ਮੁਸਲਿਮ ਲੀਗੀਆਂ ਨੇ, ਉਹਦੇ 'ਚ ਮੁਸਲਿਮ ਲੀਗ ਜ਼ਿੰਦਾਬਾਦ ਕਹਿ ਕੇ ਹਿੰਦੁਸਤਾਨ ਨੂੰ ਮੁਰਦਾਬਾਦ ਕਿਹਾ ਗਿਆ। ਸਿੱਖ ਹਿੰਦੂਆਂ ਪਰ ਜਿਹੜੀਆਂ ਟਿੱਪਣੀਆਂ ਕੀਤੀਆਂ ਗਈਆਂ ਕਿ ਤੁਹਾਨੂੰ ਇੱਥੋਂ ਚਲੇ ਜਾਓ, ਨਹੀਂ ਤਾਂ ਤੁਹਾਨੂੰ ਮਾਰ ਦਿੱਤਾ ਜਾਏਗਾ। ਇਹ ਗੱਲ ਕੁਝ ਸਮਾਂ ਪਹਿਲਾਂ ਗੱਲ ਉਹਨਾਂ ਨੇ ਕਹੀ ਸੀ। ਉਸ ਤੋਂ ਬਾਅਦ ਜਿਉਂ-ਜਿਉਂ ਇਹਨਾਂ ਦਾ ਜ਼ੋਰ ਵੱਧਦਾ ਗਿਆ ਤਾਂ 47 ਦਾ
ਸਮਾਂ ਮਾਰਚ ਦਾ ਮਹੀਨਾ ਆ ਗਿਆ। ਇਹਨਾਂ ਨੇ ਫਿਰ ਮਾਰਚ ਦੇ ਮਹੀਨੇ ਵਿੱਚ ਜਿਹੜਾ ਹੈ, ਜਿੱਥੇ ਸਾਡੇ ਹਿੰਦੂ ਤੇ ਸਿੱਖਾਂ ਦੇ ਪਿੰਡਾਂ ਵਿੱਚ ਬੜੀ ਆਬਾਦੀ 1-2% ਸੀ, ਕਿਸੇ ਪਿੰਡ ਵਿੱਚ 5 ਘਰ ਸਨ, ਕਿਸੇ ਪਿੰਡ ਵਿੱਚ 10 ਘਰ ਸਨ, ਕਿਸੇ ਪਿੰਡ ਵਿੱਚ 2 ਘਰ ਸਨ। ਇਹਨਾਂ ਨੇ ਪਲੈਨਿੰਗ ਕੀਤੀ ਕਿ ਇਹਨਾਂ ਨੂੰ ਇੱਥੋਂ ਮਾਰ ਦਿੱਤਾ ਜਾਏ, ਕੱਢ ਦਿੱਤਾ ਜਾਏ ਜਾਂ ਮੁਸਲਮਾਨ ਬਣਾ ਦਿੱਤਾ ਜਾਏ। ਬਲਦੇਵ ਸਿੰਘ, ਜਿਸ ਤਰ੍ਹਾਂ ਗੱਲ ਕੀਤੀ ਜਾਵੇ, ਤੁਸੀਂ ਇਤਿਹਾਸ ਦੀ ਬਹੁਤ ਜਾਣਕਾਰੀ ਰੱਖ ਰਹੇ ਹੋ ਵੀ ਇੰਨੇ ਜਿਹੜੇ ਬੰਦੇ ਸ਼ਹੀਦ ਹੋਏ, ਕਿੰਨੇ ਕੁ ਪਰਿਵਾਰ ਜਿਹੜੇ ਸ਼ਹੀਦ ਹੋਏ ਸੀ, ਉਹਨਾਂ ਦੇ ਵਿੱਚੋਂ ਕਹੋਟਾ ਪਟਵਾਰ ਜਿਹੜੀ ਬਰਾਦਰੀ ਆਪਣੀ, ਉਹਨਾਂ 'ਚ ਕਿੰਨੇ ਪਰਿਵਾਰ ਸੀ? ਕੋਈ ਤੁਹਾਡੇ ਕੋਲ ਰਿਕਾਰਡ ਹੈਗਾ ਕੋਈ? ਮੇਰੇ ਕੋਲ ਪੂਰਾ ਰਾਈਟਿੰਗ ਦੇ ਵਿੱਚ ਰਿਕਾਰਡ ਹੈ ਸਾਰਾ, ਕਿ ਉਹਨਾਂ ਦੇ ਮਾਤਾ ਪਿਤਾ, ਉਹਨਾਂ ਦੇ ਪਤੀ, ਸਾਰਾ ਰਿਕਾਰਡ ਮੇਰੇ ਕੋਲ ਲਿਖਿਆ ਹੋਇਆ ਹੈ। ਕਹੋਟੇ ਦਾ ਵੀ ਰਿਕਾਰਡ ਮੇਰੇ ਕੋਲ ਹੈ, ਲੜਾਈ ਦਾ ਰਿਕਾਰਡ ਮੇਰੇ ਕੋਲ ਹੈ। ਤੇ ਉਹ ਜਿਸ ਵਕਤ 7, 8 ਤੇ 9 ਮਾਰਚ 6 ਮਾਰਚ ਨੂੰ ਮੁਸਲਿਮ ਲੀਗੀਆਂ ਨੇ ਬੜਾ ਭਾਰੀ ਜਲੂਸ ਕੱਢਿਆ ਕਿ ਹਿੰਦੂ ਸਿੱਖਾਂ ਨੂੰ ਮਾਰ ਦਿੱਤੇ ਜਾਏਗਾ। ਇਹ ਕਹੋਟੇ ਦੀ ਗੱਲ ਹੈ 6 ਮਾਰਚ ਦੀ, 6 ਮਾਰਚ 1947 ਨੂੰ, ਕਿ ਅਸੀਂ ਮਾਰ ਦਿੱਤਾ ਜਾਏਗਾ। ਸ਼ਹਿਰ ਵਿੱਚ ਕੋਈ 10,000 ਤੋਂ ਵੱਧ ਪਿੰਡਾਂ ਵਿੱਚੋਂ ਮੁਸਲਿਮ ਲੀਗ ਆ ਕੇ ਕਹੋਟੇ 'ਤੇ ਹਮਲਾ ਕਰ ਦਿੱਤਾ ਗਿਆ। ਤਾਂ ਕਹੋਟੇ ਦੇ ਜਿਹੜੇ ਜਿਤਨੇ ਵੀ ਹਿੰਦੂ ਤੇ ਸਿੱਖ ਸਨ ਸਾਰੇ, ਉਹ ਬਹੁਤ ਇੱਕ ਪੱਕਾ ਗੁਰਦੁਆਰਾ ਬਣਿਆ ਸੀ ਲੋਹੇ ਦਾ। ਕੋਈ 1915 ਦੇ ਵਿੱਚ ਸੰਤ ਬਾਬਾ ਨਿਧਾਨ ਸਿੰਘ ਜੀ ਤੇ ਸੰਤ ਬਾਬਾ ਅਤਰ ਸਿੰਘ ਜੀ ਇਸ ਪਿੰਡ ਦੇ ਵਿੱਚ ਆਪ ਆਏ ਤੇ ਉਹਨਾਂ ਨੇ ਕਿਹਾ ਕਿ ਸਮਾਂ ਆਏਗਾ, ਬੜਾ ਭਾਰੀ ਘਲੂਕਾਰਾ ਹੋਣਾ ਹੈ ਔਰ ਬੜਾ ਭਾਰੀ ਕਤਲੇਆਮ ਹੋਏਗਾ, ਕਿ ਤੁਸੀਂ ਇੱਥੋਂ ਪਿੰਡ ਛੱਡ ਕੇ ਚਲੇ ਜਾਓ, ਤੁਸੀਂ ਹਿੰਦੁਸਤਾਨ ਦੇ ਵਿੱਚ ਚਲੇ ਜਾਓ। ਜੇ ਨਹੀਂ ਜਾਣਾ ਤਾਂ ਇਸ ਕਹੋਟੇ ਸ਼ਹਿਰ ਦੇ ਵਿੱਚ ਇੱਕ ਬੜਾ ਪੱਕਾ ਗੁਰਦੁਆਰਾ ਲੋਹੇ ਦਾ ਬਣਵਾਓ, ਜਿੱਥੇ ਕੋਈ ਬਾਹਰੋਂ ਵਾਰ ਨਾ ਹੋ ਸਕੇ। ਇਹ ਕੋਈ ਅੱਜ ਤੋਂ ਤਕਰੀਬਨ 1915 ਔਰ 20 ਦੇ ਦਰਮਿਆਨ ਦੀ ਗੱਲ ਹੈ, ਜਿਸ ਵਕਤ ਉਸ ਵਕਤ ਸਰਦਾਰ ਜਗਜੀਤ ਸਿੰਘ ਜੀ ਦਰਦੀ ਦੇ ਦਾਦਾ ਜੀ ਉਸ ਵਕਤ ਉਹਨਾਂ ਦੇ ਨਾਲ ਸਨ ਤੇ ਉਹਨਾਂ ਨੇ ਸਾਰਾ ਕੁਝ, ਇਹ ਦਰਦੀ ਸਾਹਿਬ ਦੇ ਦਾਦਾ ਜੀ ਨੇ ਇਹ ਸਾਰਾ ਕੁਝ ਜਿਹੜਾ ਹੈ ਉਹਨਾਂ ਨੂੰ ਜਿਹੜਾ ਇਤਿਹਾਸ ਉਹਨਾਂ ਨੇ ਅੱਖਾਂ ਦੇ ਨਾਲ ਦੇਖਿਆ ਕਿ ਉਹਨਾਂ ਨੇ ਇਸ 'ਤੇ ਆਪਣਾ ਹੰਡਾਇਆ। ਤਾਂ ਫਿਰ ਉਸ ਵਕਤ ਕਹੋਟੇ ਵਾਲਿਆਂ ਨੇ ਇੱਕ ਬਹੁਤ ਵੱਡਾ ਪੱਕਾ ਗੁਰਦੁਆਰਾ, ਜਿਸ ਦੇ ਵਿੱਚ ਤਕਰੀਬਨ 2-2.5 ਹਜ਼ਾਰ ਬੰਦਾ ਹਿੰਦੂ ਤੇ ਸਿੱਖ, ਜਦੋਂ ਇਹਨਾਂ ਨੇ 6 ਤਰੀਕ ਨੂੰ ਹਮਲਾ ਕੀਤਾ ਕਹੋਟੇ ਦੇ ਉੱਪਰ, 10,000 ਮੁਸਲਮਾਨਾਂ ਨੇ ਡਾਂਗਾਂ, ਉਹਨਾਂ ਕੋਲ ਸਾਰਾ ਅਸਲਾ, ਉਹਨਾਂ ਕੋਲ ਤਲਵਾਰਾਂ, ਬਰਛੀਆਂ ਤੇ ਉਹਨਾਂ ਕੋਲ ਬੰਦੂਕਾਂ, ਪੱਕੀਆਂ ਰਾਈਫਲਾਂ ਸਨ। ਉਹਨਾਂ ਨੇ ਹਮਲਾ ਕਰ ਦਿੱਤਾ। ਸਾਰਾ ਕਹੋਟਾ ਫਟਾਫਟ ਜਿਹੜਾ ਸੀ ਗੁਰਦੁਆਰੇ ਦੇ ਅੰਦਰ ਜਾ ਕੇ ਗੁਰਦੁਆਰੇ ਕਮਰਾ ਬੰਦ ਕਰ ਦਿੱਤੇ ਗਏ, ਗੁਰਦੁਆਰੇ ਦਰਵਾਜ਼ੇ ਬੰਦ ਕਰ ਦਿੱਤੇ ਗਏ। ਜਿਤਨਾ ਵੀ ਕਹੋਟੇ ਦੀ 2-2.5 ਹਜ਼ਾਰ ਦੀ ਹਿੰਦੂ ਸਿੱਖਾਂ ਦੀ ਆਬਾਦੀ ਸੀ, ਉਹ ਗੁਰਦੁਆਰੇ ਦੇ ਅੰਦਰ ਜਾ ਕੇ ਚਲੀ ਗਈ। ਉਸ ਤੋਂ ਬਾਅਦ ਮੁਸਲਿਮ ਲੀਗੀਆਂ ਨੇ ਸਾਰੇ ਕਹੋਟੇ ਨੂੰ ਅੱਗ ਲਾ ਦਿੱਤੀ ਗਈ। ਜਿਤਨੇ ਮਕਾਨ ਸਨ ਦਰਵਾਜ਼ੇ ਭੰਨ ਦਿੱਤੇ ਗਏ, ਉਹਨਾਂ ਦੀਆਂ ਦੁਕਾਨਾਂ ਲੁੱਟ ਲਈਆਂ ਗਈਆਂ, ਉਹਨਾਂ ਦੇ ਮਕਾਨ ਸਾੜ ਦਿੱਤੇ ਗਏ। ਮਕਾਨਾਂ ਵਿੱਚ ਜੋ ਸਮਾਨ ਸੀ ਉਹ ਮੁਸਲਿਮ ਲੀਗੀ। ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ, ਇੰਨੀ ਤਸ਼ੱਦਦ ਕਰਨ ਤੋਂ ਬਾਅਦ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਕੋਈ ਗੱਲਬਾਤ ਹੋਈ ਹੈ? ਹੁਣ ਉਹਨਾਂ ਦੇ ਪਰਿਵਾਰ ਵਾਲੇ ਕੀ ਉਹਨਾਂ ਦੀ ਸ਼ਹੀਦੀਆਂ ਮਨਾਉਂਦੇ ਨੇ ਜਾਂ ਕੋਈ ਸਰਕਾਰ ਵੱਲੋਂ ਮਨਾਈਆਂ ਜਾਂਦੀਆਂ ਨੇ? ਉਸ ਤੋਂ ਬਾਅਦ ਕੀ ਹੈ ਕਿ ਇਹ 6 ਤਰੀਕ ਦੀ ਗੱਲ ਹੈ, ਤਾਂ ਇਹ ਕਹੋਟੇ ਦੀ ਗੱਲ ਮੈਂ ਦੱਸ ਰਿਹਾ ਹਾਂ। ਤੇ ਇਹ ਜਿਹੜੀ ਗੱਲ ਨੜਾਈ ਲੈਤਰਾੜ ਪਿੰਡ, ਨੜਾਈ ਜਿਸ ਦਾ ਨਾਮ ਸੀ, ਤਹਿਸੀਲ ਕਹੋਟੇ ਦਾ ਪਿੰਡ ਸੀ। ਤਕਰੀਬਨ ਜਿਤਨੀਆਂ ਵੀ ਉੱਥੇ ਦੀਆਂ ਸਾਡੀਆਂ ਮਾਤਾਵਾਂ ਭੈਣਾਂ ਸ਼ਹੀਦ ਹੋਈਆਂ, ਇਹ ਸਾਰੀਆਂ ਤਕਰੀਬਨ ਕਹੋਟੇ ਦੇ ਵਿੱਚ ਉੱਥੇ ਵਿਆਹੀਆਂ ਹੋਈਆਂ ਸਨ। ਕਹੋਟੇ ਉੱਥੇ ਵਿਆਹੀਆਂ ਹੋਈਆਂ ਸਨ। ਤਾਂ ਕੀ ਹੋਇਆ ਕਿ 7 ਦੀ ਰਾਤ ਨੂੰ ਲੜਾਈ ਨੂੰ ਘੇਰ ਲਿਆ ਗਿਆ ਮੁਸਲਿਮ ਲੀਗੀਆਂ ਨੇ। ਉਸ ਵਕਤ ਲੜਾਈ ਦੇ ਵਿੱਚ ਸਿਰਫ ਸਿੱਖਾਂ ਦੇ ਹਿੰਦੂ ਤੇ ਸਿੱਖਾਂ ਦੇ 10 ਘਰ ਸਨ। ਕਹੋਟੇ ਬਰਾਦਰੀ ਦੇ ਸਨ ਸਾਰੇ, ਜਿਨ੍ਹਾਂ ਦੇ 10 ਘਰ ਸਨ। ਤਕਰੀਬਨ ਜਿਨ੍ਹਾਂ ਦੀ ਆਬਾਦੀ ਉਸ ਵੇਲੇ ਕੋਈ 50-60 ਦੇ ਕਰੀਬ ਹੋਵੇਗੀ, ਜਿਹਦੇ ਵਿੱਚ ਬੱਚੇ, ਮਾਤਾਵਾਂ ਤੇ ਗੁਰਮੁਖ ਪਿਆਰੇ ਉਹਨਾਂ ਦੇ ਘਰ ਵਾਲੇ ਪਤੀ ਜਾਂ ਉਹਨਾਂ ਦੇ ਪਿਤਾ ਸਨ। ਤਾਂ ਘੇਰ ਲਿਆ ਗਿਆ ਤੇ ਉਹਨਾਂ ਨੇ ਮੁਸਲਿਮ ਲੀਗੀਆਂ ਨੇ ਅਨਾਉਂਸ ਕਰ ਦਿੱਤਾ ਕਿ ਬੰਦਿਆਂ ਨੂੰ ਮਾਰ ਦਿੱਤਾ ਜਾਏਗਾ ਤੇ ਇਹਨਾਂ ਦੀਆਂ ਲੜਕੀਆਂ ਤੇ ਇਹਨਾਂ ਦੀਆਂ ਜਿਹੜੀਆਂ ਘਰ ਵਾਲੀਆਂ ਨੇ ਉਹਨਾਂ ਨੂੰ ਅਸੀਂ ਕੱਢ ਕੇ ਲੈ ਜਾਵਾਂਗੇ। ਇਹ ਗੱਲ ਜਿਹੜੀ ਸੀ ਸਾਡੀਆਂ ਜਿਹੜੀਆਂ ਸ਼ਹੀਦ ਸਾਡੀਆਂ
ਮਾਤਾਵਾਂ ਭੈਣਾਂ ਸਾਡੀਆਂ ਭੂਆ ਸ਼ਹੀਦ ਹੋਈਆਂ, ਜੀ। ਉਹਨਾਂ ਦੇ ਕੰਨਾਂ ਵਿੱਚ ਇਹ ਗੱਲ ਪੈ ਗਈ ਕਿ ਇਹ ਸਾਡੇ ਬੰਦਿਆਂ ਨੂੰ ਮਾਰ ਦੇਣਗੇ, ਕਿ ਸਾਨੂੰ ਇੱਥੇ ਚੱਕ ਕੇ ਲੈ ਜਾਣਗੇ, ਸਾਡੀ ਬੇਇੱਜ਼ਤੀ ਹੋਵੇਗੀ। ਇਹਦੇ ਨਾਲ ਚੰਗਾ ਹੈ ਕਿ ਸ਼ਹੀਦ ਹੋ ਜਾਣਾ, ਕਿਉਂਕਿ ਜਿਤਨੇ ਵੀ ਮਾਤਾਵਾਂ ਸ਼ਹੀਦ ਹੋਈਆਂ, ਬੱਚੇ ਸ਼ਹੀਦ ਹੋਏ, ਮਾਤਾਵਾਂ ਸਾਰੀਆਂ ਅੰਮ੍ਰਿਤਧਾਰੀ ਸਨ। ਉਹਨਾਂ ਨੇ ਸਿੱਖ ਇਤਿਹਾਸ, ਗੁਰੂ ਦਸਮ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ, ਮਾਤਾ ਜੀ ਦੀਆਂ ਸ਼ਹਾਦਤਾਂ, ਸਿੰਘਾਂ ਦੀਆਂ ਸ਼ਹਾਦਤਾਂ, ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ, ਔਰ ਸਾਰਾ ਕੁਝ ਇਤਿਹਾਸ ਉਹਨਾਂ ਨੇ ਪੜ੍ਹਿਆ ਹੋਇਆ ਸੀ। ਸਾਰੀਆਂ ਅੰਮ੍ਰਿਤਧਾਰੀ ਸਨ। ਉਹ ਇਹ ਨਹੀਂ ਚਾਹੁੰਦੀਆਂ ਸਨ ਕਿ ਸਾਡੇ ਧਰਮ ਨੂੰ ਕਿਸੇ ਤਰੀਕੇ ਦੇ ਕੋਈ ਨੁਕਸਾਨ ਹੋਵੇ। ਬਲਦੇਵ ਜੀ, ਮੈਂ ਉਹੀ ਗੱਲ ਕਰਨਾ ਚਾਹੁੰਦਾ, ਕਿਉਂਕਿ ਇਤਿਹਾਸ ਬਹੁਤ ਲੰਬਾ ਹੈ। ਜਿਸ ਤਰ੍ਹਾਂ ਗੱਲ ਕੀਤੀ ਹੈ ਤੁਸੀਂ, ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਸ਼ਹੀਦ ਹੋ ਗਏ ਸਨ, ਠੀਕ ਹੈ, ਕਿ ਉਹਨਾਂ ਦੇ ਪਰਿਵਾਰ ਵਾਲੇ ਹੁਣ ਕੋਈ ਸ਼ਹੀਦੀਆਂ ਮਨਾਉਂਦੇ ਨੇ, ਜਾਂ ਸਰਕਾਰ ਕੋਈ ਉਹਨਾਂ ਵਾਸਤੇ ਕੋਈ ਪ੍ਰੋਗਰਾਮ ਲਿਖਦੀ ਹੈ ਜਾਂ ਨਹੀਂ ਲਿਖਦੀ? ਅੱਜ ਤਕਰੀਬਨ ਅਸੀਂ 1947 ਜਦੋਂ ਪਾਕਿਸਤਾਨ ਬਣ ਗਿਆ, ਨੜਾਈ ਪਿੰਡ ਜਿਹੜਾ ਕਿ ਜਿੱਥੇ ਇਹ 22 ਸ਼ਹੀਦੀਆਂ ਹੋਈਆਂ, ਸ਼ਹਾਦਤ ਤੋਂ ਬਾਅਦ ਉਹ 22 ਦੇ 22 ਜਿਹੜੀਆਂ ਸਨ ਸ਼ਹਾਦਤਾਂ ਤੋਂ ਬਾਅਦ ਉਹ ਸਾਰੇ ਤਕਰੀਬਨ 9 ਤਰੀਕ ਕਹੋਟੇ ਪਹੁੰਚ ਗਏ ਸ਼ਹਾਦਤਾਂ। ਉਹਨਾਂ ਨੂੰ ਸ਼ਹੀਦ ਹੋਣ ਤੋਂ ਬਾਅਦ ਉਹਨਾਂ ਦਾ ਸੰਸਕਾਰ ਕੀਤਾ ਗਿਆ। ਬਾਕਾਇਦਾ ਸੰਸਕਾਰ ਹੋਣ ਤੋਂ ਬਾਅਦ ਉਹਨਾਂ ਦੇ ਫੁੱਲ ਲੈ ਕੇ, ਕਿਉਂਕਿ ਸਾਰੇ ਕਹੋਟੇ ਅੱਗੇ ਜਾਣ ਵਾਸਤੇ ਜਿੱਥੇ ਇਕੱਠੇ ਹੋ ਕੇ ਜਾਣਾ ਸੀ ਸਾਰਿਆਂ ਨੇ, ਉਹ ਸਾਰੇ ਕਹੋਟੇ ਇਕੱਠੇ ਹੋ ਗਏ। ਜਿਹੜਾ ਕਿ ਕਹੋਟੇ ਤੋਂ ਬਾਹਰ ਇੱਕ ਬੰਗਲਾ ਸੀ ਅੰਗਰੇਜ਼ ਗੌਰਮੈਂਟ ਦਾ ਬਣਾਇਆ ਹੋਇਆ, ਉੱਥੇ ਆ ਕੇ ਸਾਹਮਣੇ ਖਾਲਸਾ ਸਕੂਲ ਸੀ, ਹਾਈ ਸਕੂਲ, ਉੱਥੇ ਆ ਕੇ ਉਹ ਸਾਰਾ ਕਹੋਟੇ ਦੇ, ਇਸ ਵਕਤ ਕਹੋਟਾ ਉਜੜ ਚੁੱਕਿਆ ਸੀ, ਸਾਰੇ ਸ਼ਹਿਰ ਨੂੰ ਅੱਗਾਂ ਲਾ ਦਿੱਤੀਆਂ ਗਈਆਂ ਸਨ, ਅਤੇ ਕਹੋਟੇ ਦੇ 4 ਜਵਾਨ ਸ਼ਹੀਦ ਹੋਏ ਸਨ, ਜਿਨ੍ਹਾਂ ਦੇ ਨਾਮ ਮੇਰੇ ਕੋਲ ਮੌਜੂਦ ਹਨ। ਜੀ ਬਿਲਕੁਲ, ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਵੀ ਜੇ ਇਹਨਾਂ ਕੋਲ ਜਿਹੜਾ ਇਤਿਹਾਸ ਵੀ ਜਿਹੜਾ ਹੈ ਬਿਲਕੁਲ ਲਿਖਿਆ ਹੋਇਆ ਹੈ, ਕਿਉਂਕਿ ਅਸੀਂ ਇਸ ਕਰਕੇ ਅੱਜ ਇੰਟਰਵਿਊ ਕਰ ਰਹੇ ਹਾਂ, ਕਿਉਂਕਿ ਜਿਹੜੇ ਚੜ੍ਹਦੀ ਕਲਾ ਟਾਈਮ ਦੇ ਮਾਧਿਅਮ ਦੇ ਰਾਹੀਂ ਇੰਟਰਵਿਊ ਦੇਖ ਰਹੇ ਨੇ, ਕਿਉਂਕਿ ਇਤਿਹਾਸ ਤੋਂ ਸਾਨੂੰ ਜ਼ਰੂਰ ਜਿਹੜਾ ਜਾਣੂ ਹੋਣਾ ਚਾਹੀਦਾ, ਕਿਉਂਕਿ ਕਿਹੜੇ ਪਰਿਵਾਰ ਦੇ ਜਿਹੜੇ ਮੈਂਬਰ ਸਨ ਜੋ ਇਸ ਲੜਾਈ ਦੇ ਵਿੱਚ ਸ਼ਹੀਦ ਹੋ ਗਏ ਸਨ। ਸੋ ਅਸੀਂ ਉਹ ਵੀ ਜਿਹੜਾ ਨਾਮ ਜਿਹੜਾ ਤੁਹਾਨੂੰ ਜ਼ਿਕਰ ਕਰਾਂਗੇ। ਜੀ ਹਾਂਜੀ, 6, 7, 8 ਮਾਰਚ ਨੂੰ ਪਹਿਲਾਂ ਤਹਿਸੀਲ ਕਹੋਟੇ ਦਾ ਇਤਿਹਾਸ ਥੋੜ੍ਹਾ ਜਿਹਾ ਦੱਸਾਂਗਾ, ਉਸ ਤੋਂ ਬਾਅਦ ਫਿਰ ਲੜਾਈ ਦਾ ਇਤਿਹਾਸ, ਜਿੱਥੇ 22 ਬੱਚੇ ਤੇ ਮਾਤਾਵਾਂ ਸ਼ਹੀਦ ਹੋਈਆਂ। ਕਹੋਟਾ 6, 7, 8 ਮਾਰਚ ਨੂੰ ਕਹੋਟੇ ਨੂੰ ਘੇਰ ਲਿਆ ਗਿਆ, ਜਿਸ ਵਿੱਚ ਦੋਨਾਂ ਤੋਂ ਗੋਲੀਆਂ ਚੱਲਦੀਆਂ ਗਈਆਂ, ਕਿਉਂਕਿ ਮੁਸਲਮਾਨ ਦੀ ਆਬਾਦੀ ਬਹੁਤ ਜ਼ਿਆਦਾ ਸੀ, ਹਿੰਦੂ ਸਿੱਖਾਂ ਦੀ ਸਾਡੇ ਕੋਲ ਅਸਲਾ ਨਹੀਂ ਸੀ, ਉਹਨਾਂ ਕੋਲ ਅਸਲਾ ਪੱਕਾ ਸੀ। ਪੁਲਿਸ ਉਹਨਾਂ ਦੇ ਨਾਲ ਮਿਲ ਗਈ, ਜਿਹੜੇ ਮਿਲਟਰੀ ਦੇ ਰਿਟਾਇਰ ਮੁਸਲਮਾਨ ਸਨ ਉਹ ਵੀ ਉਹਨਾਂ ਦੇ ਨਾਲ ਮਿਲ ਗਏ, ਤਾਂ ਸਾਡੇ ਕੋਲ ਅਸਲਾ ਬਹੁਤ ਘੱਟ ਸੀ। ਤਾਂ ਕੀ ਹੋਇਆ ਕਿ ਮੁਕਾਬਲਾ ਸ਼ੁਰੂ ਹੋ ਗਿਆ। ਗੁਰਦੁਆਰੇ ਵਿੱਚ ਚਾਰੇ ਪਾਸੇ ਤੋਂ ਗੁਰਦੁਆਰੇ ਨੂੰ ਘੇਰ ਲਿਆ ਗਿਆ। ਗੁਰਦੁਆਰਾ ਪੱਕਾ ਲੋਹੇ ਦਾ ਬਣਿਆ ਸੀ, ਗੋਲੀ ਦਾ ਕੋਈ ਅਸਰ, ਗੋਲੀ ਵਾਪਸ ਚਲੀ ਜਾਂਦੀ ਸੀ। ਜਦੋਂ ਮਸੀਤ ਦੇ ਉੱਪਰ ਸਭ ਤੋਂ ਉੱਚੀ ਮਸੀਤ ਸੀ ਕਹੋਟੇ ਦੀ, ਬਾਕੀ ਕਹੋਟਾ ਨੀਵਾਂ ਸੀਗਾ, ਸਾਰੀਆਂ ਮਸੀਤ ਦੇ ਉੱਪਰ ਇਹਨਾਂ ਦੇ ਮੋਰਚੇ ਬਣਾਏ ਸਨ ਚਾਰੇ ਪਾਸੇ, ਕਿਸੇ ਪਾਸੇ ਤੋਂ ਸਿੱਧੀ ਗੋਲੀ ਜਿਹੜੀ ਸੀ ਉੱਥੋਂ ਆਉਂਦੀ ਸੀ, ਤਾਂ ਮਸੀਤ ਦੇ ਉੱਪਰੋਂ ਗੋਲੀਆਂ ਸਿੱਧੀਆਂ ਗੁਰਦੁਆਰੇ ਨੂੰ ਮਾਰੀਆਂ ਜਾ ਰਹੀਆਂ ਸਨ, ਪਰ ਗੋਲੀ ਪੱਕਾ ਗੁਰਦੁਆਰਾ ਲੋਹੇ ਦਾ ਹੋਣ ਕਰਕੇ ਕੋਈ ਅਸਰ ਨਾ ਹੋਇਆ। ਤਾਂ ਕੀ ਹੋਇਆ ਕਿ ਇਹ ਵਿੱਚ 4 ਜਿਹੜੇ ਸਨ ਸ਼ਹੀਦ ਹੋਏ। ਸ਼ਹੀਦ ਭਾਈ ਸੁਰਜੀਤ ਸਿੰਘ ਜੀ, ਉਮਰ 25 ਸਾਲ, ਸੁਪੁੱਤਰ ਸਵਰਗੀ ਡਾਕਟਰ ਅਰਜਨ ਸਿੰਘ ਜੀ, ਇਹ ਪਹਿਲੇ ਸ਼ਹੀਦ ਹੋਏ ਕਹੋਟੇ ਵਿੱਚ। ਇਹ ਜਿਸ ਵਕਤ ਆਪਣੇ ਗੁਰਦੁਆਰਾ ਸਾਹਿਬ ਦੇ ਸ਼ਹਿਰਾਂ ਦੀ ਰਾਖੀ ਕਰ ਰਹੇ ਸਨ, ਇਹਨਾਂ ਨੂੰ ਸਿੱਧੀ ਗੋਲੀ ਲੱਗੀ ਛਾਤੀ ਵਿੱਚ, ਇੱਥੇ ਉਹਨਾਂ ਦਾ ਜਿਹੜਾ ਸੀ ਸ਼ਹੀਦੀ ਪ੍ਰਾਪਤ ਕਰ ਲਈ। ਦੂਸਰੇ ਸ਼ਹੀਦ ਭਾਈ ਗੁਰਚਰਨ ਸਿੰਘ ਜੀ, ਉਮਰ 25 ਸਾਲ, ਪੁੱਤਰ ਡਾਕਟਰ ਬਰਕਤ ਸਿੰਘ ਜੀ ਬਖਸ਼ੀ, ਅਫਰੀਕਾ ਵਾਲੇ। ਇਹ ਹੈ ਲੜਾਈ ਦੇ ਸਨ, ਲੇਕਿਨ ਇਹ ਅਫਰੀਕਾ ਵਿੱਚ ਡਾਕਟਰ ਸਨ, ਡਾਕਟਰੀ ਉੱਥੇ ਰਹਿੰਦੇ ਸਨ। ਉਹਨਾਂ ਦੇ ਲੜਕੇ ਸਨ ਭਾਈ ਗੁਰਚਰਨ ਸਿੰਘ ਜੀ। ਤੀਸਰੇ ਸ਼ਹੀਦ ਹੋਏ ਭਾਈ ਕ੍ਰਿਸ਼ਨ ਲਾਲ ਜੀ, ਜਿਹਨਾਂ ਦੀ ਉਮਰ ਸੁਗਤ 25-26 ਸਾਲ ਦੇ ਕਰੀਬ ਸੀ। ਪਿਤਾ ਦਾ ਨਾਮ ਮੈਨੂੰ ਯਾਦ ਨਹੀਂ ਹੈ, ਕਿਉਂਕਿ ਬਹੁਤ ਪੁਰਾਣੀ 77 ਸਾਲ ਹੋ ਚੁੱਕੇ ਹਨ, ਮੈਨੂੰ ਯਾਦ ਨਹੀਂ। ਚੌਥੇ ਸ਼ਹੀਦ ਹੋਏ ਭਾਈ ਬਲਵੰਤ ਸਿੰਘ ਜੀ ਬੱਲੋ। ਉਹਨਾਂ ਨੂੰ ਬੱਲੋ ਕਿਆ ਕਰਦੇ ਸਨ, ਉਹਨਾਂ ਦੇ ਪਿਤਾ ਜੀ ਦਾ ਨਾਮ ਮੈਨੂੰ ਯਾਦ ਨਹੀਂ, ਪਰ ਉਹਨਾਂ ਦੇ ਦਾਦੇ ਸਨ ਸਰਦਾਰ ਕੇਸਰ ਸਿੰਘ ਜੀ, ਸਰਦਾਰ ਕਸ਼ਾਲ ਸਿੰਘ ਜੀ, ਜੋ ਨਾਭੇ ਵਿੱਚ ਰਿਹਾ ਕਰਦੇ ਸਨ। ਉਹਨਾਂ ਦੇ ਇਹ ਪੋਤਰੇ ਭਤੀਜੇ ਸਨ ਭਾਈ ਬੱਲੂ ਜੀ। 4 ਸ਼ਹੀਦ ਹੋਏ। ਇਹਨਾਂ ਸ਼ਹੀਦਾਂ ਤੋਂ ਇਲਾਵਾ ਜਿਹੜੇ ਕਿ ਫੱਟੜ ਹੋਏ, ਫੱਟੜ ਵਿੱਚ ਸਰਦਾਰ ਰਘਬੀਰ ਸਿੰਘ ਜੀ,
ਭਰਾਤਾ ਸਰਦਾਰ ਹੁਕਮ ਸਿੰਘ ਜੀ ਖੱਡੀਆਂ ਵਾਲੇ, ਸਰਦਾਰ ਜਸਵੰਤ ਸਿੰਘ ਜੀ ਭਰਾਤਾ ਸਰਦਾਰ ਹੁਕਮ ਸਿੰਘ ਜੀ ਖੱਡੀਆਂ ਵਾਲੇ ਕਹੂਟਾ ਨਾਭਾ। ਇਹ ਬੜੇ ਸੀਰੀਅਸ ਫੱਟੜ ਹੋਏ, ਇਹ ਬਚਾਅ ਹੋ ਗਿਆ ਇਹਨਾਂ ਦਾ। ਤੇ ਇਹਨਾਂ ਵਿੱਚ ਇੱਕ ਬੀਬੀ ਸੀ ਜੋ ਡੀਐਫਓ ਮੋਹਨ ਸਿੰਘ ਜੀ ਦੀ ਘਰ ਵਾਲੀ ਸੀ, ਜਿਹੜੀ ਕਿ ਬੀਬੀ ਬਕਾਇਦਾ ਆਪਣੇ ਪਿਸਟਲ ਦੇ ਨਾਲ ਬੰਦੂਕ ਨਾਲ ਲੜਦੀ ਰਹੀ, ਮੁਕਾਬਲਾ ਕਰਦੀ ਰਹੀ। ਜਾਣੀ ਕਿ ਔਰਤਾਂ ਨੇ ਵੀ ਮੁਕਾਬਲਾ ਕੀਤਾ ਸੀ, ਔਰਤਾਂ ਨੇ ਮੁਕਾਬਲਾ ਕੀਤਾ ਤੇ ਉਹ ਜਿਹੜੇ ਸੇ ਫੱਟੜ ਹੋ ਗਏ ਸਨ। ਡੀਐਫਓ ਮੋਹਨ ਸਿੰਘ ਸਨ, ਉਹਨਾਂ ਦੀ ਘਰ ਵਾਲੀ ਸੀ, ਇਹਨਾਂ ਮੁਕਾਬਲਾ ਕੀਤਾ ਗਿਆ। ਜਿਸ ਤਰ੍ਹਾਂ ਤੁਸੀਂ ਦੱਸ ਰਹੇ ਪਰਿਵਾਰ ਦੀ ਗੱਲ ਕੀਤੀ ਜਾਵੇ, ਜਿਹੜੀ ਤੁਸੀਂ ਅੱਜ ਨਾਮ ਦੱਸ ਰਹੇ ਹੋ ਜਿਨ੍ਹਾਂ ਦੇ ਪਰਿਵਾਰ ਦੇ ਬੰਦੇ ਸ਼ਹੀਦ ਹੋ ਗਏ ਸਨ, ਕਿ ਫਿਰ ਉਹਨਾਂ ਦੀ ਜਿਹੜੀ ਹੈ ਡੈੱਡ ਬੋਡੀ ਹੈ ਉਹਨੇ ਲੈ ਕੇ ਆਂਦੀ ਸੀ ਜਾਂ ਕਿਵੇਂ ਸੰਸਕਾਰ ਕੀਤਾ ਸੀ? ਕਿਸੇ ਦੀ ਡੈੱਡ ਬਾਡੀ ਇਸ ਤਰ੍ਹਾਂ ਸੀ ਕਿ ਉੱਥੇ ਡੈੱਡ ਬਾਡੀਆਂ ਦੇ ਸਮਾਂ ਐਸਾ ਸੀ ਨਾ, ਤਾਂ ਕਿਉਂਕਿ ਉਸ ਵਕਤ ਜਿਹੜੀ ਜ਼ਿੰਦਗੀ ਬਿਲਕੁਲ ਸੇਫ ਨਹੀਂ ਸੀ। ਅਗਰ ਹੋ ਸਕਦਾ ਸੀ ਕਿ ਅਟੈਕ ਕਰ ਦਿੰਦੇ, ਬਹੁਤੀਆਂ ਨੂੰ ਘਰਾਂ ਦੇ ਵਿੱਚ ਹੀ ਜਿਹੜਾ ਸੀ ਸੰਸਕਾਰ ਕਰ ਦਿੱਤਾ ਗਿਆ। ਭਾਈ ਸੁਰਜੀਤ ਸਿੰਘ ਦਾ ਸੰਸਕਾਰ ਨਹੀਂ ਹੋਇਆ। ਉਹਨਾਂ ਦੇ ਪਿਤਾ ਜੀ ਨੇ ਕਿਹਾ ਅਸੀਂ ਸੰਸਕਾਰ ਨਹੀਂ ਕਰਨਾ, ਇੱਥੇ ਹੀ ਉਹਨਾਂ ਦੀ ਡੈਡ ਛੱਡ ਦਿੱਤੀ ਗਈ। ਭਾਈ ਗੁਰਚਰਨ ਸਿੰਘ ਜੀ ਜਾਂ ਜਿਹੜੇ ਸਨ, ਉਹਨਾਂ ਦੀ ਬਾਡੀ ਨੂੰ ਉਹਨਾਂ ਦੇ ਘਰ ਵਿੱਚ ਹੀ ਛੱਡ ਦਿੱਤਾ ਗਿਆ। ਸੰਸਕਾਰ ਦਾ ਸਮਾਂ ਨਹੀਂ ਮਿਲਿਆ, ਕੋਈ ਸਾਧਨ ਨਹੀਂ ਸੀ, ਕੋਈ ਸੰਸਕਾਰ ਨਹੀਂ ਹੋਇਆ। ਸ਼ਹੀਦ ਭਾਈ ਕ੍ਰਿਸ਼ਨ ਲਾਲ ਜੀ ਜਿਹੜੇ ਕਿ ਸ਼ਹੀਦ ਹੋਏ, ਇਹਨਾਂ ਦਾ ਵੀ ਸੰਸਕਾਰ ਨਹੀਂ ਹੋਇਆ, ਲਾਸ਼ਾਂ ਉੱਥੇ ਰੱਖ ਦਿੱਤੀਆਂ ਗਈਆਂ। ਕਿ ਉੱਥੇ ਸ਼ਹੀਦ ਭਾਈ ਬਲਵੰਤ ਸਿੰਘ ਸੀ, ਇਹਨਾਂ ਦਾ ਵੀ ਸੰਸਕਾਰ ਨਹੀਂ ਹੋਇਆ, ਕਿਉਂਕਿ ਸੰਸਕਾਰ ਦਾ ਕੋਈ ਸਮਾਂ ਨਹੀਂ ਸੀ, ਕੋਈ ਲਿਜਾਣ ਦਾ ਸਾਧਨ ਨਹੀਂ ਸੀ। ਬਾਹਰ ਮੁਸਲਮਾਨਾਂ ਦਾ ਬਹੁਤ ਭਾਰੀ ਜ਼ੋਰ ਸੀ, ਜਿਸ ਕਰਕੇ ਇਹ ਲਾਸ਼ਾਂ ਉੱਥੇ ਹੀ ਰੱਖ ਦਿੱਤੀਆਂ ਗਈਆਂ। ਤੇ ਉਹ ਉਸ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੇ ਸੀ ਉਹਨਾਂ ਦੀ ਕਿਰਪਾ ਹੋਈ, ਲਾਸ਼ਾਂ ਉੱਥੇ ਪਈਆਂ ਰਹੀਆਂ। ਉਸ ਤੋਂ ਬਾਅਦ ਪਤਾ ਨਹੀਂ ਲਾਸ਼ਾਂ ਦਾ ਜਿਸ ਦਾ ਗੱਲ ਕੀਤੀ ਜਾਵੇ, ਤੁਸੀਂ ਜਿਹੜਾ ਗੱਲ ਕਰ ਰਹੇ ਹੋ, ਟੋਟਲ ਕਿੰਨੇ ਕੁ ਪਰਿਵਾਰ ਦੇ ਜਿਹੜੇ ਮੈਂਬਰ ਸੀ ਉਹ ਸ਼ਹੀਦ ਹੋਏ ਨੇ ਜੇਕਰ ਹੁਣ ਤੱਕ ਦੀ ਗੱਲ ਕੀਤੀ ਜਾਵੇ? ਕਿਉਂਕਿ ਤੁਸੀਂ ਬਹੁਤ ਰਿਕਾਰਡ ਇਕੱਠਾ ਕੀਤਾ ਪਿਆ, ਐਗਜ਼ੈਕਟ ਜਿਹੜੀ ਫਿਗਰ ਹੈ ਕੋਈ ਤੁਹਾਡੇ ਕੋਲ ਹੈਗੀ ਹੈ ਜਾਣਕਾਰੀ ਵੀ ਇੰਨੇ ਬੰਦੇ ਸ਼ਹੀਦ ਹੋਏ ਸਨ ਉੱਥੇ? ਮੇਰੇ ਕੋਲ ਇਹ 4 ਤਾਂ ਘੋਟੇ ਦੇ ਸ਼ਹੀਦ ਸਨ। ਅੱਛਾ। ਉਸ ਤੋਂ ਬਾਅਦ ਜਿਹੜੇ ਸ਼ਹੀਦ ਹੋਏ, ਮੈਂ ਪਠਵਾਰ ਦੀ ਧਰਤੀ ਦੇ ਪਿੰਡਾਂ ਦਾ ਨਾਮ ਲੈਂਦਾ ਹਾਂ। ਸਭ ਤੋਂ ਪਹਿਲਾਂ ਚੋਵਾ ਖਾਲਸਾ, ਉਹਨਾਂ ਦੇ ਉੱਥੇ ਬੜੇ ਸ਼ਹੀਦ ਹੋਏ, ਖੂਹਾਂ ਵਿੱਚ ਛਾਲਾਂ ਮਾਰੀਆਂ ਬਚਣ ਵਾਸਤੇ। ਚੋਵਾ ਖਾਲਸਾ, ਥੋਵਾ ਖਾਲਸਾ, ਬੇਵਲ, ਕੱਲਰ, ਚੋਵਾ ਖਾਲਸਾ, ਥੋਵਾ ਖਾਲਸਾ, ਬੇਵਲ, ਦਵੇਰਨੀ, ਇਹ ਸਾਰੇ ਛੋਟੇ ਛੋਟੇ ਪਿੰਡ ਸਨ ਜਿਹੜੇ ਕਿ ਜਿਨ੍ਹਾਂ ਨੇ ਆਪਣੇ ਧਰਮ ਨੂੰ ਬਚਾਉਣ ਵਾਸਤੇ ਖੂਹਾਂ ਵਿੱਚ ਛਾਲਾਂ ਮਾਰ ਦਿੱਤੀਆਂ ਗਈਆਂ। ਔਰਤਾਂ ਨੇ ਖੂਹਾਂ 'ਚ ਛਾਲ ਮਾਰ ਦਿੱਤੀਆਂ, ਬੰਦੇ ਜਿਹੜੇ ਸਨ ਉਹ ਸਾਰੇ ਸ਼ਹੀਦ ਕਰ ਦਿੱਤੇ ਗਏ। ਕੋਈ ਵਿਰਲਾ ਇਹਨਾਂ ਪਿੰਡਾਂ ਵਿੱਚ ਬਚ ਕੇ ਆਇਆ ਹੈ, ਜਿਹੜੇ ਕਿ ਉਹ ਅਲੱਗ-ਅਲੱਗ ਹਿੰਦੁਸਤਾਨ 'ਚ ਆ ਕੇ ਬਸ ਗਏ। ਇਸੇ ਤਰ੍ਹਾਂ ਜਿਹੜਾ ਸੀ ਕਿ ਜਿਹੜੇ ਨਿੱਕੇ ਸਾਡੇ ਪਿੰਡ ਸਨ, ਉਹਨਾਂ ਨੇ ਆਪਣੇ ਧਰਮ ਨੂੰ ਬਚਾਉਣ ਵਾਸਤੇ, ਕਿਉਂਕਿ ਅੰਮ੍ਰਿਤਧਾਰੀ ਸਨ, ਉਹਨਾਂ ਨੇ ਆਪਣੇ ਆਪ ਨੂੰ ਕਤਲ ਕਰ ਦਿੱਤਾ। ਤੇ ਜੀ ਬਿਲਕੁਲ, ਜਿਸ ਤਰ੍ਹਾਂ ਬਲਦੇਵ ਸਿੰਘ ਜੀ ਤੁਸੀਂ ਗੱਲ ਕੀਤੀ ਜਾਵੇ, ਬੜਾ ਜਿਹੜਾ ਤੁਸੀਂ ਗੱਲਬਾਤ ਕਰ ਰਹੇ ਹੋ ਵੀ ਇਤਿਹਾਸ ਦੀ ਗੱਲ ਕੀਤੀ ਜਾਵੇ, ਜਿਸ ਤਰ੍ਹਾਂ ਕਿੰਨੇ ਪਰਿਵਾਰ ਦੇ ਮੈਂਬਰ ਸ਼ਹੀਦ ਹੋ ਗਏ। ਹੁਣ ਇਹਨਾਂ ਦੇ ਪਰਿਵਾਰ ਦੇ ਮੈਂਬਰ ਜੋ ਤੁਸੀਂ ਲਿਸਟ ਦਿਖਾ ਰਹੇ ਹੋ, ਇਹਨਾਂ ਦੇ ਪਰਿਵਾਰ ਦੇ ਮੈਂਬਰ ਕੀ ਉਹਨਾਂ ਦੇ ਯਾਦਾਂ ਮਨਾਉਂਦੇ ਨੇ ਜਾਂ ਨਾ ਕੋਈ ਸਮਾਗਮ ਲਿਖਦੇ ਨੇ, ਕੋਈ ਅੰਤਿਮ ਅਰਦਾਸ ਕਰਵਾਉਂਦੇ ਨੇ? ਜਦੋਂ ਅਸੀਂ 1947 ਦੇ ਵਿੱਚ 14 ਅਗਸਤ 1947 ਨੂੰ ਡਿਕਲੇਅਰ ਹੋ ਗਿਆ ਕਿ ਪਾਕਿਸਤਾਨ ਤੇ ਹਿੰਦੁਸਤਾਨ ਬਣ ਗਿਆ ਹੈ, ਤੁਸੀਂ ਹੁਣ ਹਿੰਦੁਸਤਾਨ ਵਿੱਚ ਚਲੇ ਜਾਓ। ਉਸ ਵਕਤ ਸਾਡਾ ਪੋਠੋਹਾਰ ਦੀ ਧਰਤੀ ਜਿਤਨੇ ਸਨ, ਇਹ ਪਿੰਡ ਸਨ ਮੈਂ ਜਿਨ੍ਹਾਂ ਦਾ ਮੈਂ ਨਾਮ ਲਿਆ ਹੈ, ਇਹ ਕੋਹਟੇ ਤੋਂ 30-35 ਕਿਲੋਮੀਟਰ ਇੱਕ ਵਾਹ ਕੈਂਪ ਸੀ, ਅੰਗਰੇਜ਼ਾਂ ਦੀ ਛਾਵਣੀ ਸੀ। ਉਹ ਫਰੰਟੀਅਰ ਨੂੰ ਅਫਗਾਨਿਸਤਾਨ ਦੇ ਨੂੰ ਕੰਟਰੋਲ ਕਰਨ ਵਾਸਤੇ ਅੰਗਰੇਜ਼ਾਂ ਨੇ ਵਾਹ ਕੈਂਪ ਦੀ ਛਾਵਣੀ ਬਣਾਈ ਸੀ, ਜਿਹੜੀ ਉਸ ਵਕਤ ਖਾਲੀ ਸੀ। 9 ਮਾਰਚ ਉਜੜਨ ਤੋਂ ਬਾਅਦ ਸਾਰਾ ਕੋਹਟਾ ਪੋਠੋਹਾਰ ਦੀ ਧਰਤੀ, ਜਿਹਦੇ ਵਿੱਚ ਕੱਲਰ, ਬੇਵਲ, ਚੋਵਾ ਖਾਲਸਾ, ਥੋਵਾ ਖਾਲਸਾ, ਇਹ ਸਾਰੇ ਪਿੰਡਾਂ ਦੇ ਲੋਕ ਕੋਹਟੇ ਸਮੇਤ ਉਸ ਛਾਵਣੀ ਵਿੱਚ ਆ ਕੇ ਰਹਿ ਗਏ। ਤਾਂ ਉੱਥੇ ਆ ਕੇ ਟਿਕੇ ਰਹੇ ਕਿ ਅਸੀਂ ਵਾਪਸ ਆਪਣੇ ਕੋਹਟੇ ਪਿੰਡ ਨੂੰ ਜਾਵਾਂਗੇ। 6 ਮਹੀਨੇ ਮਾਰਚ ਤੋਂ ਬਾਅਦ ਮਾਰਚ, ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ 5 ਮਹੀਨੇ ਉਹਨਾਂ ਨੇ ਇੰਤਜ਼ਾਰ ਕੀਤੀ। ਲੇਕਿਨ ਕੀ ਹੋਇਆ ਕਿ ਅਗਸਤ ਦੇ ਡਿਕਲੇਅਰ ਹੋ ਗਿਆ ਕਿ ਪਾਕਿਸਤਾਨ ਦਾ ਪ੍ਰਧਾਨ ਜਿਹੜਾ ਹੈ ਉਹ ਜਿਨਾਬ ਬਣੇਗਾ, ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਜਵਾਹਰ ਨਹਿਰੂ ਜੀ ਹੋਣਗੇ। ਪਾਕਿਸਤਾਨ ਜਿਹੜਾ ਸੀ ਡਿਕਲੇਅਰਡ ਹੋ ਗਿਆ, ਮੁਸਲਿਮ ਕੰਟਰੀ ਡਿਕਲੇਅਰਡ ਹੋ ਗਿਆ। ਤੇ ਉੱਥੇ ਹਿੰਦੂ ਸਿੱਖਾਂ ਨੇ ਕਿਹਾ ਤੁਸੀਂ ਨਿਕਲ ਜਾਓ। ਜਦੋਂ ਨਿਕਲ ਰਹੇ ਸਨ ਫਿਰ ਉਹਨਾਂ ਦਾ ਕਤਲੇਆਮ ਹੋਇਆ। ਜਿਹੜੇ ਥੋੜ੍ਹੇ ਪਿੰਡਾਂ ਵਿੱਚ ਸਨ, ਜਿੱਥੇ ਮੁਸਲਿਮ ਲੀਗੀਆਂ ਨੂੰ ਮੌਕਾ ਮਿਲਿਆ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ, ਮਾਰ ਦਿੱਤਾ ਗਿਆ।
ਨਿਹੱਥੇ ਆਏ, ਕੋਈ ਪੈਰਾਂ ਵਿੱਚ ਜੁੱਤੀ ਨਹੀਂ ਸੀ ਕਿਸੇ ਹਾਂ, ਕੋਲ। ਮੇਰਾ ਉਹੀ ਸਵਾਲ ਸੀ, ਜਿਹੜੇ ਉੱਥੋਂ ਛੱਡ ਕੇ ਪਰਿਵਾਰ ਉਰੇ ਆਏ, ਬੜਾ ਔਖਾ ਜਿਹੜਾ ਉਹਨਾਂ ਨੇ ਪਰਿਵਾਰ 'ਚ ਸੈਟਲ ਕੀਤਾ, ਆਪਣਾ ਕੰਮਕਾਰ ਚਲਾਇਆ ਦੁਬਾਰਾ ਫਿਰ ਮੁੜ ਕਿ ਉਹਨਾਂ ਦੇ ਵਿੱਚੋਂ ਹੁਣ ਕੀ ਕੋਈ ਪਰਿਵਾਰ ਹੈ ਜੋ ਚੰਗੇ ਕੰਮਕਾਰ ਕਰ ਰਿਹਾ ਹੈ, ਚੰਗੀਆਂ ਪੋਸਟਾਂ 'ਤੇ ਕੋਈ ਹੈ, ਕੋਈ ਜ਼ਿਕਰ ਥੋੜ੍ਹਾ ਜਿਹਾ? 47 ਤੋਂ ਬਾਅਦ ਕੁਰੂਕਸ਼ੇਤਰ ਕੈਂਪ ਲੱਗਿਆ। ਤਕਰੀਬਨ ਇਤਿਹਾਸ ਵਿੱਚ ਆਇਆ ਹੈ ਕਿ 10 ਲੱਖ ਹਿੰਦੂ ਸਿੱਖਾਂ ਦਾ ਪਾਕਿਸਤਾਨ 'ਚ ਕਤਲ ਕਰ ਦਿੱਤਾ ਗਿਆ। 10 ਲੱਖ ਬੰਦਾ ਉਜੜ ਕੇ ਹਿੰਦੁਸਤਾਨ ਦੇ ਵਿੱਚ ਆਇਆ, ਪਾਕਿਸਤਾਨ 'ਚ ਉਜੜ ਕੇ ਆਇਆ। ਤਾਂ ਉਹ ਜਿੱਥੇ ਜਿੱਥੇ ਕਿਸੇ ਨੂੰ ਜਗ੍ਹਾ ਮਿਲੀ, ਸਭ ਤੋਂ ਪਹਿਲਾਂ ਕੁਰੂਕਸ਼ੇਤਰ ਵੱਡਾ ਭਾਰੀ ਕੈਂਪ ਸੀ, ਜਿੱਥੇ ਲੱਖਾਂ ਦੀ ਤਾਦਾਦ ਵਿੱਚ ਹਿੰਦੂ ਸਿੱਖ ਜਿਹੜੇ ਕਿ ਪਾਕਿਸਤਾਨ ਤੋਂ ਉਜੜ ਕੇ ਆਏ ਸਨ, ਉੱਥੇ ਆ ਕੇ ਉਹਨਾਂ ਦਾ ਅਰੇਂਜਮੈਂਟ ਜਿਹੜਾ ਸੀ ਉਹ ਕੀਤਾ ਗਿਆ। ਇਸ ਅਰੇਂਜਮੈਂਟ ਵਿੱਚ ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਜੀ ਨੇ ਜੀ ਬਹੁਤ ਦੇਣ ਹੈ। ਉਹਨਾਂ ਨੇ ਸਾਰਾ ਰਾਸ਼ਨ ਦਾ ਖਰਚਾ, ਮੈਡੀਕਲ ਦਾ ਖਰਚਾ ਮਹਾਰਾਜਾ ਯਾਦਵਿੰਦਰ ਸਿੰਘ ਜੀ ਨੇ ਸਾਰਾ ਦਿੰਦੇ ਰਹੇ। ਉਸ ਤੋਂ ਬਾਅਦ ਮਾਸਟਰ ਤਾਰਾ ਸਿੰਘ ਜੀ ਨੇ ਬੜੀ ਮਿਹਨਤ ਦੇ ਨਾਲ ਆਪਣੇ ਮਾਸਟਰ ਤਾਰਾ ਸਿੰਘ ਜੀ ਪਠੋਹਾਰ ਦੀ ਧਰਤੀ ਦੇ ਧਮਿਆਲ ਦੇ ਰਹਿਣ ਵਾਲੇ ਸਨ। ਉਹਨਾਂ ਨੇ ਬੜੀ ਮਦਦ ਕੀਤੀ। ਮਾਸਟਰ ਤਾਰਾ ਸਿੰਘ ਜੀ ਨੇ ਆਪਣੇ ਲੋਕਾਂ ਨੂੰ ਬਸਾਉਣ ਵਾਸਤੇ ਤਕਰੀਬਨ 2-2.5 ਸਾਲ ਕੈਂਪਾਂ ਵਿੱਚ ਲੋਕੀ ਬੈਠੇ ਰਹੇ। ਫਿਰ ਜਿਹੜੇ ਸਰ ਕੈਂਪ ਦੇ ਵਿੱਚੋਂ ਨਿਕਲ ਕੇ ਕੋਈ ਪਟਿਆਲੇ ਆ ਗਿਆ, ਕੋਈ ਨਾਭੇ ਆ ਗਿਆ, ਕੋਈ ਦਿੱਲੀ ਚਲਿਆ ਗਿਆ, ਕੋਈ ਕਰਨਾਲ ਚਲਿਆ ਗਿਆ। ਇਸ ਤਰ੍ਹਾਂ ਜਾ ਕੇ ਉਹਨਾਂ ਨੇ ਆਪਣੀਆਂ ਬੜੀਆਂ ਮਜ਼ਦੂਰੀਆਂ ਕੀਤੀਆਂ। ਕਿਸੇ ਨੇ ਭਾਂਡੇ ਮਾਂਜੇ, ਕਿਸੇ ਨੇ ਰਿਕਸ਼ਾ ਚਲਾਇਆ, ਕਿਸੇ ਨੇ ਟਾਂਗੇ ਚਲਾਏ, ਕਿਸੇ ਨੇ ਮਜ਼ਦੂਰੀ ਕਰਕੇ ਆਪਣਾ ਪੇਟ ਪਾਲਿਆ, ਕਿਉਂਕਿ ਉਸ ਵਕਤ ਤਨ ਦੇ ਉੱਪਰ ਕੋਈ ਕੱਪੜਾ ਨਹੀਂ ਸੀ। ਮੇਰਾ ਇਹ ਸਵਾਲ ਸੀ, ਕਿਉਂ ਇੰਨੀ ਤਸ਼ੱਦਦ ਤੋਂ ਬਾਅਦ ਜਦੋਂ ਵਾਪਸ ਪਰਤੇ ਤਾਂ ਕਹਿੰਦੇ ਕਈ ਜਿਹੜਾ ਕੋਟਾ ਪਟਵਾਰ ਦੇ ਜਿਹੜੇ ਮੈਂਬਰ ਨੇ ਉਹ ਚੰਗੀਆਂ ਪੋਸਟਾਂ 'ਤੇ ਵੀ ਜਿਹੜਾ ਤੈਨਾਤ ਹੋ ਚੁੱਕੇ ਸਨ। ਕੀ ਨਾਮ ਹੈ, ਜਦੋਂ ਉਹਨਾਂ ਨੇ ਇੰਨੀ ਮਿਹਨਤ ਕੀਤੀ ਤਾਂ ਚੰਗੀਆਂ ਪੋਸਟਾਂ 'ਤੇ ਉਹ ਲੱਗੇ ਹੋਏ ਹਨ। ਕਿਉਂਕਿ ਮੈਂ ਜਿਸ ਵਕਤ 47 ਤੋਂ ਬਾਅਦ ਪਟਵਾਰ ਦੀ ਧਰਤੀ ਦੇ ਉੱਪਰ ਕੋਟਾ ਦੇ ਵਿੱਚ ਜਿਹੜੇ ਸਨ, ਸਭ ਤੋਂ ਪਹਿਲਾਂ ਜਨਰਲ ਪ੍ਰੀਤਮ ਸਿੰਘ ਜੀ ਚੌਧਰੀ, son of barrister of law, ਸਰਦਾਰ ਕਾਹਨ ਸਿੰਘ ਜੀ ਦੇ ਪੁੱਤਰ ਸਨ ਲੈਫਟੀਨੈਂਟ ਜਨਰਲ ਪ੍ਰੀਤਮ ਸਿੰਘ ਜੀ। ਉਸ ਤੋਂ ਬਾਅਦ ਫੌਜ ਦੇ ਵਿੱਚ ਬੜੇ ਸਾਡੇ ਅਫਸਰ ਹੋਏ, ਸਾਡੇ 에ਅਰ ਫੋਰਸ ਵਿੱਚ ਵੀ ਅਫਸਰ ਹੋਏ, ਆਰਮੀ 'ਚ ਵੀ ਹੋਏ, ਨੇਵੀ ਵਿੱਚ ਵੀ ਹੋਏ। ਤਾਂ ਬਹੁਤ ਸਾਰੇ ਉਹਨਾਂ ਨੇ ਮਿਹਨਤਾਂ ਕੀਤੀਆਂ, ਬੱਚੇ ਪੜ੍ਹਾਏ, ਬੱਚੇ ਲਿਖਾਏ, ਜਿਹਦੇ 'ਚ ਬੱਚੇ ਡਾਕਟਰ ਬਣੇ। ਸਭ ਤੋਂ ਜ਼ਿਆਦਾ ਕਹੋਟੇ ਦੇ ਬੱਚੇ ਜਿਹੜੇ ਸਨ ਡਾਕਟਰ ਬਣੇ, ਇੰਜੀਨੀਅਰ ਬਣੇ। ਇੰਜੀਨੀਅਰ ਤੋਂ ਬਾਅਦ ਬੱਚੇ ਜਿਹੜੇ ਸਨ ਕਿ ਕਈ ਪਾਇਲਟ ਬਣੇ, 에ਅਰ ਫੋਰਸ ਦੇ ਵਿੱਚ ਆਏ, ਜਿਨ੍ਹਾਂ ਦਾ ਮੈਂ ਨਾਂ ਲਵਾਂ ਤਾਂ ਉਹਦੇ ਸਨ ਇੱਕ ਜੀ ਸਰਦਾਰ ਗੁਰਬੀਰ ਸਿੰਘ ਜੀ, ਸੁਪੁੱਤਰ ਸਰਦਾਰ ਨਰਿੰਦਰ ਸਿੰਘ ਜੀ ਚੌਧਰੀ, ਪੋਤਰਾ ਡਾਕਟਰ ਮੁੱਖਾ ਸਿੰਘ ਜੀ। ਇਹ ਉਸ ਵਕਤ ਫਲਾਈ ਲੈਫਟੀਨੈਂਟ ਸਨ। ਫਲਾਈ ਲੈਫਟੀਨੈਂਟ ਪੰਜ ਰਤਨ ਸਿੰਘ ਜੀ ਜੋ ਇੰਸਟ੍ਰਕਟਰ ਸਨ, ਜਿਹੜੇ ਕਿ ਇਲਾਹਾਬਾਦ ਕ੍ਰੈਸ਼ ਵਿੱਚ ਜਿਨ੍ਹਾਂ ਦੀ ਮੌਤ ਹੋ ਗਈ ਸੀ। ਇਹ ਸਰਦਾਰ ਜੋਤ ਸਿੰਘ ਜੀ ਅਕਾਲੀ ਜੀ ਦੇ ਸੁਪੁੱਤਰ ਸਨ, ਉਹਨਾਂ ਦੀ ਜਿਹੜੀ ਮੌਤ ਸੀ। ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੇ 에ਅਰ ਫੋਰਸ ਵਿੱਚ ਬੜੇ ਅਫਸਰ ਸਨ, ਜਿਨ੍ਹਾਂ ਦਾ ਮੈਨੂੰ ਇਸ ਵਕਤ ਨਾਂ ਯਾਦ ਨਹੀਂ ਹੈ, ਕਿਉਂਕਿ ਦਾਸ ਵੀ ਜਿਹੜਾ ਸੀ ਆਪਣੀ ਕਾਲਜ ਦੀ ਪੜ੍ਹਾਈ ਕਰਨ ਤੋਂ ਬਾਅਦ, ਸਕੂਲ ਦੀ ਪੜ੍ਹਾਈ ਕਰਨ ਤੋਂ ਬਾਅਦ ਮੈਂ 21 ਸਾਲ ਦੇ ਵਿੱਚ ਫੌਜ ਦੇ ਵਿੱਚ ਮੈਂ ਭਰਤੀ ਹੋ ਗਿਆ। ਮੇਰੇ ਪਿਤਾ ਜੀ ਸਰਦਾਰ ਹੁਕਮ ਸਿੰਘ ਜੀ ਖੱਡੀਆਂ ਵਾਲਿਆਂ ਦਾ ਮੈਂ ਛੋਟਾ ਸੁਪੁੱਤਰ ਹਾਂ। ਅਸੀਂ ਕਿਉਂਕਿ ਪਿਤਾ ਜੀ ਇੱਥੋਂ ਆਉਣ ਤੋਂ ਬਾਅਦ ਜਿਹੜਾ ਸੀ ਖੱਡੀਆਂ ਦਾ ਇੱਕ ਬਹੁਤ ਵੱਡਾ ਕਾਰਖਾਨਾ ਲਗਾਇਆ ਗਿਆ, ਨਾਲ ਜ਼ਮੀਨ ਦੀ ਜਿਹੜਾ ਸੀ ਜ਼ਮੀਨ ਦਾ ਬਹੁਤ ਹਾਈ ਸਕੇਲ ਉੱਪਰ ਕੰਮ ਕੀਤਾ ਗਿਆ। ਬੜੀ ਮਹਾਰਾਜ ਦੀ ਕਿਰਪਾ ਹੋਈ ਤਾਂ ਇਸ ਸ਼ਹਿਰ ਦੇ ਵਿੱਚ ਜਿਤਨੇ ਵੀ ਸਾਡੇ ਕਹੋਟੇ ਦੇ ਆ ਕੇ ਬਸੇ, ਉਹਨਾਂ ਦਾ ਨਾਮ ਹੈ ਕਿ ਇੱਥੇ ਆ ਕੇ ਉਹਨਾਂ ਨੇ ਮਿਹਨਤਾਂ ਕੀਤੀਆਂ, ਇੱਥੇ ਆ ਕੇ ਪਹੁੰਚੇ। ਇਸ ਪਰਿਵਾਰ ਵਿੱਚ ਸਰਦਾਰ ਹੁਕਮ ਸਿੰਘ ਜੀ, ਉਸ ਤੋਂ ਬਾਅਦ ਦੂਸਰਾ ਪਰਿਵਾਰ ਸਰਦਾਰ ਅਮੋਲਕ ਸਿੰਘ ਜੀ ਬਜਾਜ ਸਨ, ਜਿਨ੍ਹਾਂ ਨੇ ਆਪਣੇ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਬੜੀ ਮਿਹਨਤ ਕੀਤੀ। ਮਿਹਨਤ ਕਰਨ ਤੋਂ ਬਾਅਦ ਇਸ ਵਕਤ ਉਹਨਾਂ ਦੇ ਬੱਚਿਆਂ ਦੀਆਂ ਸ਼ਹਿਰ ਵਿੱਚ 5 ਦੁਕਾਨਾਂ ਹਨ, ਕੱਪੜੇ ਦੀਆਂ, ਮੈਡੀਕਲ ਦੀਆਂ। ਸਰਦਾਰ ਹੁਕਮ ਸਿੰਘ ਦਾ ਪਰਿਵਾਰ ਜਿਹੜੇ ਕਿ ਅੱਛੇ ਜ਼ਿਮੀਂਦਾਰ ਹਨ, ਜਿਨ੍ਹਾਂ ਕੋਲੇ ਮਹਾਰਾਜ ਦੀ ਬੜੀ ਕਿਰਪਾ ਹੈ। ਇਸ ਤੋਂ ਇਲਾਵਾ ਜਿਹੜੇ ਸਨ ਸਰਦਾਰ ਮੋਹਨ ਸਿੰਘ ਜੀ
ਲੜਾਈ ਦੇ ਸਨ, ਜਿਹੜੇ ਕਿ ਮੇਰੀ ਜਿਹੜੀ ਸਭ ਤੋਂ ਵੱਡੀ ਮੇਰੀ ਖੁਸ਼ਕਿਸਮਤੀ ਦੀ ਗੱਲ ਹੈ ਕਿ ਮੇਰੀ ਜਿਹੜੀ ਵਾਈਫ ਭੁਪਿੰਦਰ ਕੌਰ ਹੈ ਇਹ ਉਸ ਪਿੰਡ ਦੀ ਰਹਿਣ ਵਾਲੀ ਹੈ ਜਿੱਥੇ 22 ਸ਼ਹੀਦ ਹੋਏ। ਲੜਾਈ ਦੀ ਰਹਿਣ ਵਾਲੀ ਮੇਰੀ ਭੁਪਿੰਦਰ ਕੌਰ ਮੇਰੀ ਜਿਹੜੀ ਵਾਈਫ ਹੈ ਇਹ ਸਰਦਾਰ ਮੋਹਨ ਸਿੰਘ ਜੀ ਦੀ ਬੇਟੀ ਹੈ, ਤਾਂ ਇਹ ਉਸ ਪਿੰਡ ਦੀ ਰਹਿਣ ਵਾਲੀ ਹੈ। ਤਾਂ ਉਸ ਤੋਂ ਬਾਅਦ ਪ੍ਰਿੰਸੀਪਲ ਗੁਰਬਖਸ਼ ਸਿੰਘ ਜੀ ਬਖਸ਼ੀ ਜਿਹੜੇ ਪ੍ਰਿੰਸੀਪਲ ਰਿਟਾਇਰ ਹੋਏ। ਉਸ ਤੋਂ ਬਾਅਦ ਸਰਦਾਰ ਨੰਦ ਸਿੰਘ ਜੀ ਸ਼ਾਹ ਕਹੂਟੇ ਵਾਲੇ, ਉਹਨਾਂ ਦੇ ਪੁੱਤਰ ਇੱਕ ਮਿਲਟਰੀ ਵਿੱਚ ਅਫਸਰ ਸਨ, ਕੈਪਟਨ, ਇੱਕ ਏਅਰ ਫੋਰਸ ਵਿੱਚ ਫਲਾਈਂਗ ਅਫਸਰ ਸਨ, ਦੋ ਇੱਕ ਐਜੂਕੇਸ਼ਨ ਦੇ ਮਹਿਕਮੇ ਵਿੱਚ ਸਰਦਾਰ ਗੁਰਚਰਨ ਸਿੰਘ ਜੀ ਸ਼ਾਹ ਜਿਨ੍ਹਾਂ ਦੀ ਜਿਹੜੇ ਕਿ ਕਲਾਸ 1 ਅਫਸਰ ਸਨ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ। ਉਹਨਾਂ ਦੀ ਪਤਨੀ ਇਕਬਾਲ ਕੌਰ ਜਿਹੜੀ ਕਿ ਸਰਦਾਰ ਹੁਕਮ ਸਿੰਘ ਖੱਡੀਆਂ ਵਾਲੇ ਨਾਭੇ ਵਾਲਿਆਂ ਦੀ ਲੜਕੀ ਸੀ, ਉਹਨਾਂ ਦੀ ਤਰਫ ਉਹ ਵੀ ਤੁਸੀਂ ਗੱਲ ਕਰ ਰਹੇ ਹੋ ਵੀ ਇੰਨੀ ਤਸ਼ੱਦਦ ਕਰਨ ਤੋਂ ਬਾਅਦ ਪਰਿਵਾਰ ਉਰੇ ਆਇਆ, ਫਿਰ ਆਪਣਾ ਕੰਮਕਾਰ ਚਲਾਇਆ, ਚੰਗੀਆਂ ਪੋਸਟਾਂ ਤੇ ਵੀ ਤੈਨਾਤ ਹੋਏ। ਹੁਣ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਪਰਿਵਾਰ ਵੱਲੋਂ ਸਮਾਗਮ ਲਿਖ ਕੇ ਜਾਂਦੇ ਨੇ, ਕਿਉਂਕਿ ਮੈਂ ਦੁਬਾਰਾ ਫਿਰ ਸਵਾਲ ਕਰ ਰਿਹਾ ਕਿ ਇਹਨਾਂ ਦੀ ਯਾਦ ਮਨਾਈ ਜਾਂਦੀ ਹੈ ਕਿ ਸਰਕਾਰਾਂ ਵੱਲੋਂ ਕੋਈ ਮਦਦ ਕੀਤੀ ਜਾਂਦੀ ਹੈ? ਅੱਜ ਤੱਕ ਸਰਕਾਰ ਵੱਲੋਂ, ਕਿਉਂਕਿ ਮੈਂ 47 ਤੋਂ ਬਾਅਦ ਮੈਂ ਸਾਰਾ ਕੁਝ ਅੱਖਾਂ ਦੇ ਨਾਲ 7 ਸਾਲ ਦਾ ਸੀ ਮੈਂ ਜਦੋਂ 47 ਦਾ ਸਾਕਾ ਹੋਇਆ, ਅਸੀਂ ਨਾਭੇ ਆਏ ਆ, ਕੁਰੂਕਸ਼ੇਤਰ ਸਮਾਂ ਕਾਫੀ ਸਮਾਂ ਰਹੇ, ਤਾਂ ਅੱਜ ਤੱਕ 77ਵਾਂ ਸਾਲ ਲੱਗ ਗਿਆ ਹੈ। ਕਦੀ ਕਿਸੇ ਗੌਰਮੈਂਟ ਨੇ ਕੋਈ ਇਹਨਾਂ ਦਾ ਦਿਨ ਨਹੀਂ ਮਨਾਇਆ, ਅੱਜ ਤੱਕ ਕਿਸੇ ਨੇ ਉਹਨਾਂ ਦੇ ਪਰਿਵਾਰਾਂ ਦੀ ਕੋਈ ਮਦਦ ਨਹੀਂ ਕੀਤੀ। ਜਿਤਨੇ ਪਰਿਵਾਰ ਨੇ ਸਾਰੇ ਆਪਣੇ ਪੈਰਾਂ 'ਤੇ ਆਪ ਮਿਹਨਤਾਂ ਕਰਕੇ ਖੜੇ ਹੋਏ ਆ। ਅੱਜ ਤੱਕ ਮੈਨੂੰ ਪੂਰੀ ਯਾਦਾਸ਼ਤ ਹੈ ਮੈਨੂੰ, ਕਿਉਂਕਿ ਮੈਂ ਸਾਰਾ ਕੁਝ ਦੇਖਿਆ ਹੈ। 5 ਪੈਸੇ ਵੀ ਕਦੀ ਕਿਸੇ ਗੌਰਮੈਂਟ ਨੇ ਸਾਡੇ ਬੰਦੇ ਨੂੰ ਨਹੀਂ ਦਿੱਤੇ। ਹਾਂ, ਉਹਨਾਂ ਨੇ ਮਿਹਨਤ ਕਰਕੇ ਸਾਡੇ 'ਚ ਤਕਰੀਬਨ 90% ਬੰਦੇ ਕਹੂਟੇ ਦੇ ਮਿਲਟਰੀ ਏਅਰ ਫੋਰਸ ਨੇਵੀ ਦੇ ਵਿੱਚ ਸਨ। 90% ਜਵਾਨ ਬੱਚੇ ਸਾਡੇ ਕਹੂਟੇ ਦੀ ਧਰਤੀ ਦੇ ਵਿੱਚ ਮਿਲਟਰੀ ਏਅਰ ਫੋਰਸ ਤੇ ਨੇਵੀ ਦੇ ਵਿੱਚ ਸਨ, ਜਿਹੜਾ ਕਿ ਆਪਣਾ ਉਹਨਾਂ ਨੇ ਬੜੀ ਮਿਹਨਤ ਕਰਕੇ, ਜਿਨ੍ਹਾਂ ਵਿੱਚ ਬਹੁਤ ਸਾਰੇ ਅਫਸਰ ਵੀ ਬਣੇ, ਰਿਟਾਇਰ ਹੋ ਕੇ ਆਏ, ਪੈਨਸ਼ਨਾਂ ਲਈਆਂ, ਆਪਣੇ ਘਰ ਦਾ ਗੁਜ਼ਾਰਾ ਕੀਤਾ। ਲੇਕਿਨ ਕਿਸੇ ਨੇ ਵੀ ਜਿਹੜੇ ਉਜੜ ਕੇ ਆਏ ਪੁਠਵਾਰ ਦੀ ਧਰਤੀ ਤੋਂ ਮੈਂ ਕੋਈ ਇੱਕ ਮੰਗਤਾ ਨਹੀਂ ਦੇਖਿਆ, ਹੱਥ ਅੱਡ ਕੇ ਮੰਗਤਾ ਹੋਵੇ। ਉਹਨਾਂ ਨੇ ਮਿਹਨਤਾਂ ਕਰਕੇ ਆਪਣੇ ਜੀਵਨ ਨੂੰ ਬਣਾਇਆ। ਬਹੁਤ ਇਸ ਵਕਤ ਤਕਰੀਬਨ ਜਿਤਨੇ ਵੀ ਸਾਡੇ ਘਰ ਨਾਭੇ ਦੇ ਵਿੱਚ ਸ਼ਹੀਦਾਂ ਦੇ ਸਭ ਤੋਂ ਜ਼ਿਆਦਾ ਘਰ ਨਾਭੇ ਦੇ ਵਿੱਚ ਸਨ। ਜਿਤਨੇ ਸ਼ਹੀਦ ਹੋਏ 15 ਘਰ ਨਾਭੇ ਦੇ ਵਿੱਚ ਸਨ ਜੀ। ਉਸ ਵਕਤ ਉਹਨਾਂ ਵਿੱਚੋਂ ਕੋਈ ਵੀ ਜਿਹੜਾ ਹੈ, ਕਿਉਂਕਿ 77 ਸਾਲ ਦਾ ਸਮਾਂ ਹੋ ਗਿਆ ਹੈ, ਬਜ਼ੁਰਗ ਕੋਈ ਵੀ ਨਹੀਂ ਹੈ। ਇੱਕ ਮੈਂ ਵੱਡੀ ਉਮਰ ਦਾ ਜਿਹੜਾ ਹੈ ਜੋ ਕੁਝ ਮੈਂ ਦੇਖਿਆ ਹੈ, ਇੱਕ ਮੈਂ ਸਭ ਤੋਂ ਵੱਡੀ ਉਮਰ ਦਾ ਮੇਰਾ ਉਹੀ ਸਵਾਲ ਸੀ। ਤੁਸੀਂ ਜਿਹੜਾ ਸਾਰਾ ਕੁਝ ਜਿਹੜਾ ਵਾਕਿਆ ਦੇਖਿਆ ਜਿਸ ਸਮੇਂ ਹੋਇਆ, ਮੇਰੇ ਉਹੀ ਸਵਾਲ ਦੁਬਾਰਾ ਫਿਰ ਰਿਪੀਟ ਸੀ ਕਿ ਪਰਿਵਾਰ ਦੀ ਗੱਲ ਕੀਤੀ ਜਾਵੇ ਕਿ ਉਹਨਾਂ ਦੇ ਜਿਹੜੇ ਹੁਣ ਬੱਚੇ ਨੇ, ਪੋਤਰੇ ਨੇ, ਪੜਪੋਤਰੇ ਨੇ, ਉਹ ਇਹਨਾਂ ਦੀ ਯਾਦ ਦੇ ਵਿੱਚ ਕੋਈ ਸਮਾਗਮ ਲਿਖਦੇ ਨੇ ਕਿ ਕਿੱਥੇ ਹੁੰਦਾ ਸੀ? 1947 ਤੋਂ ਬਾਅਦ ਜਦੋਂ ਨਾਭੇ ਆਏ, ਉਹਨਾਂ ਦੀ ਯਾਦ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਰੱਖਿਆ ਜਾਂਦਾ ਸੀ ਉਹਨਾਂ ਦੇ ਪਰਿਵਾਰਾਂ ਵੱਲੋਂ ਜੀ। ਸਾਰੀ ਬਰਾਦਰੀ, ਕਿਉਂਕਿ ਸਾਰੀ ਬਰਾਦਰੀ ਇੱਕੋ ਹੀ ਹੈ, ਸਾਰਿਆਂ ਦੀ ਰਿਸ਼ਤੇਦਾਰੀਆਂ ਸੀਗੀਆਂ, ਸ੍ਰੀ ਅਖੰਡ ਪਾਠ ਸਾਹਿਬ ਰੱਖਦੇ ਸਨ। 47 ਤੋਂ ਲੈ ਕੇ ਹੁਣ ਤੱਕ ਲਗਾਤਾਰ ਤਕਰੀਬਨ ਇਹ 77ਵਾਂ ਸਾਲ ਹੈ, ਉਹਨਾਂ ਦੀ ਯਾਦ ਵਿੱਚ ਜਿਹੜਾ ਹੈ ਸ੍ਰੀ ਅਖੰਡ ਪਾਠ ਸਾਹਿਬ ਰਾਤ ਨੂੰ ਰੱਖੇ ਜਾਂਦੇ ਹਨ। ਉਹਨਾਂ ਦੀ ਯਾਦ ਵਿੱਚ ਜਿਹੜਾ ਹੈ ਮਨਾਇਆ ਜਾਂਦਾ, ਬਕਾਇਦਾ ਉਹਨਾਂ ਦੀ ਅਰਦਾਸ ਹੁੰਦੀ ਹੈ ਸ਼ਹੀਦਾਂ ਦੀ। ਉਹਨਾਂ ਦੇ ਜਿਹੜੇ ਪਰਿਵਾਰਿਕ ਮੈਂਬਰਸ ਨੇ ਉਹ ਸਾਰੇ ਆ ਕੇ ਆਪਣੀ ਦਿਲਚਸਪੀ ਲੈਂਦੇ ਨੇ, ਨਾਲ ਬਰਾਦਰੀ ਦੇ ਸਾਰੇ ਆ ਕੇ, ਜਿਤਨੇ ਵੀ ਮਹੱਲੇ ਵਿੱਚ ਬਰਾਦਰੀ ਦੇ 30-35 ਘਰ ਹਨ। ਪਹਿਲੇ ਤਾਂ ਤਕਰੀਬਨ 60-70 ਘਰ ਸਨ, ਪਰ ਬਹੁਤ ਸਾਰੇ ਪਰਿਵਾਰ ਇੱਥੋਂ ਪਟਿਆਲੇ, ਦਿੱਲੀ, ਅੰਬਾਲੇ ਜਾਂ ਬਾਹਰ ਅੱਗੇ ਪਿੱਛੇ ਜਿੱਥੇ ਕਿਸੇ ਦਾ ਕੰਮ ਕਾਜ ਹੋਏ ਚਲੇ ਗਏ। ਇਸ ਵਕਤ 30-35 ਪਰਿਵਾਰ ਕਹੂਟੇ ਦੇ ਨਾਭੇ 'ਚ ਰਹਿ ਰਹੇ ਹਨ। ਜਿਹੜੇ ਪਰਿਵਾਰ ਜਿਹੜੇ 22 ਸਿੰਘ ਤੇ ਸਿੰਘਣੀਆਂ ਬੱਚੇ ਸ਼ਹੀਦ ਹੋਏ, ਉਹਨਾਂ ਵਿੱਚੋਂ 15 ਪਰਿਵਾਰ ਜਿਹੜੇ ਸਾਰੇ ਪਰਿਵਾਰ ਨਾਭੇ ਵਿੱਚ ਸਨ। ਲੇਕਿਨ ਇਸ ਵਕਤ ਉਹਨਾਂ ਬਜ਼ੁਰਗਾਂ ਵਿੱਚੋਂ ਅੱਜ ਕੋਈ ਬਜ਼ੁਰਗ ਨਹੀਂ ਹੈ। ਸਾਰੇ ਬਜ਼ੁਰਗ ਕਿਉਂਕਿ ਸਮਾਂ ਪਾ ਕੇ ਗੁਜ਼ਰ ਚੁੱਕੇ ਹਨ। ਮੇਰਾ ਵਿਜੇ ਸਿੰਘ ਜੀ ਲਾਸਟ ਸਵਾਲ ਆ, ਪਰ ਟਾਈਮ ਬਹੁਤ ਜ਼ਿਆਦਾ ਹੋ ਗਿਆ, ਕਿਉਂਕਿ ਸਾਡੇ ਦਰਸ਼ਕ ਜਿਹੜੇ ਲਗਾਤਾਰ ਚੜ੍ਹਦੀ ਕਲਾ ਟਾਈਮ TV ਦੇਖ ਰਹੇ ਨੇ। ਇੱਕ ਲਾਸਟ ਸਵਾਲ ਤੋਂ ਬਾਅਦ ਆਪਾਂ ਜਿਹੜਾ ਸਮਾਪਤੀ ਕਰਾਂਗੇ। ਲਾਸਟ ਸਵਾਲ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਵੀ ਸ਼ਹੀਦਾਂ ਦੇ ਪਰਿਵਾਰ ਦੀ ਗੱਲ ਕੀਤੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੋਸ ਸੰਸਥਾ ਹੈ, ਕਿ ਉਹਨਾਂ ਵੱਲੋਂ ਕੋਈ ਰਿਕਾਰਡ ਹੈਗਾ, ਉਹਨਾਂ ਕੋਲ ਕੋਈ ਰਿਕਾਰਡ ਗਿਆ ਹੋਇਆ ਹੈ ਵੀ ਇੰਨੇ ਜਿਹੜਾ ਸਿੰਘ ਸਿੰਘਣੀਆਂ ਸ਼ਹੀਦ ਹੋਏ ਗਏ ਸਨ, ਅਤੇ ਜਿਹੜਾ ਤੁਸੀਂ ਜਿਹੜਾ ਦਿਹਾੜਾ ਮਨਾਉਣਾ ਚਾਹੀਦਾ ਹੈ, ਕਿ ਕੋਈ ਜ਼ਿਕਰ ਕੀਤਾ ਉਹਨਾਂ ਨੇ ਕਦੇ?
ਅੱਜ ਤੱਕ ਮੇਰਾ ਖਿਆਲ ਆ ਕਦੀ ਵੀ ਹੋ ਸਕਦਾ ਹੈ ਕਿ ਕਿਸੇ ਨੇ SGPC ਨੂੰ ਲਿਖ ਕੇ ਨਾ ਦਿੱਤਾ ਹੋਵੇ ਨਾ ਸ਼ਹੀਦਾਂ ਬਾਰੇ ਵਿੱਚ ਕੋਈ ਕਦੀ ਵੀ ਕੋਈ SGPC ਦਾ ਕੋਈ ਜਦੋਂ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਦੀ ਉਹਨਾਂ ਦਾ ਕੋਈ ਨੁਮਾਇੰਦਾ ਸਾਡੇ ਫੰਕਸ਼ਨ 'ਚ ਨਹੀਂ ਆਇਆ ਕਦੀ ਕੋਈ ਕਿਉਂਕਿ ਉਹਨਾਂ ਨੂੰ ਜਾਂ ਤਾਂ ਇਨਫਾਰਮ ਕੀਤਾ ਜਾਏ। ਮੇਰਾ ਉਹੀ ਸਵਾਲ ਸੀ ਤੁਹਾਡੇ ਕੋਲ ਬਹੁਤ ਜ਼ਿਆਦਾ ਕਿਸੇ ਨੇ ਨਹੀਂ ਕੀਤਾ ਸਰਦਾਰ ਬਲਦੇਵ ਸਿੰਘ ਜੀ ਤੁਹਾਡੇ ਕੋਲ ਬਹੁਤ ਜਾਣਕਾਰੀ ਹੈ। ਮੇਰਾ ਸਵਾਲ ਇਹ ਸੀ ਕਿਉਂਕਿ ਸਿਰਮੌਰ ਸੰਸਥਾ ਹੈ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਕਿ ਤੁਸੀਂ ਉਹਨਾਂ ਨੂੰ ਇਹ ਜਾਣਕਾਰੀ ਦਿਓਗੇ ਕਿਉਂਕਿ ਸਾਡੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਨਾਲ ਦੱਸ ਦਿਓ ਵੀ ਤੁਹਾਡੇ ਕੋਲ ਜਿਹੜਾ ਹਿਸਟਰੀ ਸਾਰੀ ਹੈਗੀ ਹੈ ਕਿ ਤੁਸੀਂ ਜਿਹੜਾ ਇਹ ਪ੍ਰੋਗਰਾਮ ਉਲੀਕਿਆ ਕਰੋ। ਇਹ ਦੁਨੀਆ ਦੇ ਵਿੱਚ ਇੱਕ ਮਿਸਾਲ ਹੈ ਕਿ ਇਹ ਜਿਹੜੀ ਸ਼ਹਾਦਤਾਂ ਹੋਈਆਂ ਇਹ ਕਿਸੇ ਨੇ ਇਹਨਾਂ ਨੂੰ ਨਹੀਂ ਮਾਰਿਆ, ਆਪਣੇ ਹੀ ਪਤੀਆਂ ਨੇ ਆਪਣੇ ਪਿਤਾ ਨੇ ਹੀ ਆਪਣੇ ਬੱਚਿਆਂ ਤੇ ਬੱਚੀਆਂ ਨੂੰ ਆਪ ਸ਼ਹੀਦ ਕਰ ਦਿੱਤਾ। ਅੱਜ ਤੱਕ ਦੁਨੀਆ ਵਿੱਚ ਇਸ ਤਰ੍ਹਾਂ ਕਦੀ ਨਹੀਂ ਹੋਇਆ, ਦੂਸਰੇ ਨੂੰ ਸ਼ਹੀਦ ਕੀਤਾ ਹੈ। ਲੇਕਿਨ ਇਹ ਜਿਹੜੇ 22 ਸ਼ਹੀਦ ਤੇ ਜਿਵੇਂ ਇੱਕ ਬੱਚਾ ਸ਼ਹੀਦ ਹੋਇਆ ਇਹ ਸਾਰਿਆਂ ਨੂੰ ਆਪਣੇ ਨੇ ਆਪ ਹੀ ਸ਼ਹੀਦ ਅਰਦਾਸ ਕੀਤੀ ਗਈ। ਅਰਦਾਸ ਤੋਂ ਬਾਅਦ ਉੱਥੇ ਸਾਰੀਆਂ ਸਿੰਘਣੀਆਂ ਤੇ ਬੱਚੇ ਜਿਹੜੇ ਸਨ ਲੇਟ ਗਏ, ਉਹਨਾਂ ਨੂੰ ਆਪਣੇ ਹੀ ਘਰ ਵਾਲਿਆਂ ਨੇ ਆਪਣੇ ਹੀ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਆਪਣੇ ਹੱਥਾਂ ਦੇ ਨਾਲ ਸ਼ਹੀਦ ਕਰ ਦਿੱਤਾ ਗਿਆ। ਹੱਥਾਂ ਦੇ ਨਾਲ ਉਹਨਾਂ ਦਾ ਸੰਸਕਾਰ ਕੀਤਾ ਗਿਆ। ਉਹਨਾਂ ਦੇ ਫੁੱਲ ਇੱਥੇ ਲਿਆਂਦੇ ਗਏ, ਲਿਆ ਕੇ ਨਾਭੇ ਤੋਂ ਫਿਰ ਸਰਦਾਰ ਮਣੀ ਸਿੰਘ ਜੀ ਸਰਦਾਰ ਚਰਨ ਸਿੰਘ ਜੀ ਨੇ ਇਹ ਫੁੱਲ ਫਿਰ ਹਰਿਦੁਆਰ ਲੈ ਕੇ ਗਏ। ਤਕਰੀਬਨ ਕਾਫੀ ਚਿਰ ਤੋਂ ਬਾਅਦ ਉੱਥੇ ਫੁੱਲ ਉਹਨਾਂ ਦੇ ਜਿਹੜੇ ਸਨ ਉਹ ਜਲ ਪ੍ਰਵਾਹ ਕਰ ਦਿੱਤੇ ਗਏ। ਤੇ ਇਹ ਹਰ ਸਾਲ ਹੁਣ ਵੀ ਜਿਹੜਾ ਹੈ 7 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਮਹੱਲਾ ਕਰਤਾਰਪੁਰ 'ਚ ਆਰੰਭ ਹੋ ਚੁੱਕੇ ਹਨ। ਗੁਰਦੁਆਰਾ ਮਹੱਲਾ ਕਰਤਾਰਪੁਰਾ ਕਹੂਟਾ ਤਹਿਸੀਲ ਨਾਭਾ ਜ਼ਿਲ੍ਹਾ ਪਟਿਆਲਾ ਵਿੱਚ ਅਖੰਡ ਪਾਠ ਰੱਖਿਆ ਜਾ ਚੁੱਕਿਆ ਹੈ। 9 ਤਰੀਕ ਰਾਤ ਨੂੰ 10 ਵਜੇ ਤੱਕ ਪ੍ਰੋਗਰਾਮ ਹੋਣਗੇ, ਸ਼ਹੀਦਾਂ ਦੀ ਯਾਦ ਵਿੱਚ ਹੋਣਗੇ। ਹਰ ਸਾਲ ਮਨਾਇਆ ਜਾਂਦਾ? ਹਰ ਸਾਲ ਤਕਰੀਬਨ ਮੈਂ ਤਕਰੀਬਨ 76 ਸਾਲ ਤੋਂ ਦੇਖ ਰਿਹਾ ਹਾਂ। ਹਰ ਸਾਲ ਜਿਹੜਾ ਅਖੰਡ ਪਾਠ ਰੱਖੇ ਜਾਂਦੇ ਨੇ, ਉਹਨਾਂ ਦੀ ਯਾਦ ਦੀ ਦੇਗ ਵਰਤਦੀ ਹੈ। ਦੇਗ ਤੋਂ ਬਾਅਦ ਜਿਹੜਾ ਹੈ ਉਹਨਾਂ ਨੂੰ ਹਰ ਸਾਲ ਉਹਨਾਂ ਦੀਆਂ ਪੜੀਆਂ ਬਾਕਾਇਦਾ ਗੁਰਦੁਆਰਾ ਸਾਹਿਬ ਵਿੱਚ ਲੱਗੀਆਂ ਹੋਈਆਂ ਹਨ। ਕਰਨਲ ਪ੍ਰਦੁਮਨ ਸਿੰਘ ਜੀ ਪੁੱਤਰ ਸਰਦਾਰ ਰਾਮ ਸਿੰਘ ਜੀ ਚੌਧਰੀ, ਪੋਤਰਾ ਸਰਦਾਰ ਸੰਤ ਪ੍ਰਤਾਪ ਸਿੰਘ ਜੀ ਕਹੂਟਾ, ਉਹਨਾਂ ਨੇ ਹੁਣ ਇੱਥੇ ਉਹਨਾਂ ਸ਼ਹੀਦਾਂ ਦੀਆਂ ਪੜੀ ਲਵਾਈ ਹੈ। ਉਹ ਆਪ ਚੰਡੀਗੜ੍ਹ ਰਹਿੰਦੇ ਹਨ। ਉਹਨਾਂ ਨੇ ਪੜੀ ਭੇਜ ਦਿੱਤੀ ਸੀ ਸਰਦਾਰ ਬਿਕਰਮ ਸਿੰਘ ਜੀ ਪਟਿਆਲੇ ਵਾਲਿਆਂ ਦੇ ਥਰੂ, ਉਹ ਮੈਂ ਲਵਾ ਦਿੱਤੀ ਹੈ। ਉਹਨਾਂ ਦੀ ਯਾਦਗਾਰਾਂ ਅਸੀਂ ਲਿਖ ਕੇ ਲਾਈਆਂ ਹੋਈਆਂ ਹਨ ਸਾਰਿਆਂ ਦੀਆਂ। ਮੇਰਾ ਉਹੀ ਸਵਾਲ ਹੈ, ਲਾਸਟ ਸਵਾਲ ਹੈ ਵੀ ਹੁਣ ਲਾਸਟ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਤੁਸੀਂ? ਮੇਰੀ ਸਿਰਫ ਇਹੀ ਹੈ ਅਪੀਲ ਹੈ ਕਿ ਅਸੀਂ ਕਿਸੇ ਕੋਲ ਕੁਝ ਮੰਗਦੇ ਨਹੀਂ ਹਾਂ। ਸਾਡੀ ਇਹੀ ਮੰਗ ਹੈ ਵੀ ਇਹਨਾਂ ਸ਼ਹੀਦਾਂ ਦੀ ਕੋਈ ਯਾਦਗਾਰ ਬਣਾਈ ਜਾਏ ਜੀ, ਯਾਦਗਾਰ ਬਣਾਈ ਜਾਏ ਜਿਸ ਤਰ੍ਹਾਂ ਹੋਰ ਵੀ ਸ਼ਹੀਦਾਂ ਦੀਆਂ ਯਾਦਗਾਰਾਂ ਬਣਾਉਂਦੇ ਹਾਂ। ਇਹ ਸਾਡੀ ਕੌਮ ਦੇ ਬੜੇ ਉਹ ਸ਼ਹੀਦ ਹਨ ਜਿਨ੍ਹਾਂ ਨੇ ਆਪਣੇ ਸਿੱਖੀ ਨੂੰ ਬਚਾਉਣ ਵਾਸਤੇ, ਕਿਉਂਕਿ ਉਹਨਾਂ ਨੇ ਆਪਣੇ ਸਿੱਖ ਸ਼ਹਾਦਤਾਂ ਪੜ੍ਹੀਆਂ ਸਨ, ਅੰਮ੍ਰਿਤਧਾਰੀ ਸਨ। ਉਹਨਾਂ ਨੇ ਸਾਹਿਬਜ਼ਾਦਿਆਂ ਦਾ ਇਤਿਹਾਸ ਪੜ੍ਹਿਆ ਹੋਇਆ ਸੀ, ਮਾਤਾ ਗੁਜਰੀ ਜੀ ਦਾ ਇਤਿਹਾਸ ਪੜ੍ਹਿਆ ਸੀ, ਗੁਰੂ ਦਸਮ ਪਾਤਸ਼ਾਹ ਪੜ੍ਹਿਆ ਸੀ ਕਿ ਸਿੰਘ ਜਿਹੜੇ ਨੇ ਸ਼ਹੀਦ ਹੋ ਸਕਦਾ ਪਰ ਆਪਣਾ ਧਰਮ ਨਹੀਂ ਬਦਲ ਸਕਦਾ, ਸ਼ਹੀਦ ਹੋ ਜਾਏਗਾ। ਇਹਨਾਂ ਨੇ ਸ਼ਹਾਦਤਾਂ ਦੇ ਦਿੱਤੀਆਂ ਪਰ ਆਪਣਾ ਸ਼ੀਸ਼ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਸਿੱਖੀ ਸਿਦਕ ਨੂੰ ਕਾਇਮ ਰੱਖਦੇ ਹੋਏ ਸ਼ਹਾਦਤਾਂ ਦੇ ਦਿੱਤੀਆਂ ਗਈਆਂ। ਤੇ ਮੈਂ ਖਾਸ ਕਰਕੇ ਚੜ੍ਹਦੀ ਕਲਾ ਵਾਲੇ ਸਰਦਾਰ ਜਗਜੀਤ ਸਿੰਘ ਜੀ ਦਰਦੀ, ਉਹਨਾਂ ਦਾ ਸਾਰੇ ਪਰਿਵਾਰ ਤੇ ਖਾਸ ਕਰਕੇ ਮੇਰੇ ਜਿਹੜੇ ਅਜ਼ੀਜ਼ ਮੇਰੇ ਹਨ ਸਰਦਾਰ ਅਮਰਜੀਤ ਸਿੰਘ ਜੀ ਜੋ ਕਿ ਪੱਤਰਕਾਰ ਹਨ, ਬਹੁਤ ਉਹ ਜਿਹੜਾ ਇੱਥੇ ਆਏ ਹਨ, ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿਉਂਕਿ ਇਹ ਮੇਰੇ ਅਜ਼ੀਜ਼, ਮੈਂ ਬੁੱਢੀ ਉਮਰ ਹੈ, ਇਹ ਮੇਰਾ ਬਹੁਤ ਖਿਆਲ ਰੱਖਦੇ ਨੇ। ਲੇਕਿਨ ਜਦੋਂ ਮੇਰੇ ਕੋਲ ਆਉਂਦੇ ਨੇ ਮੇਰਾ ਹਾਲ ਪੁੱਛਦੇ ਨੇ ਮੇਰੇ ਕੋਲ ਆ ਕੇ। ਸੋ ਬਿਲਕੁਲ ਤੁਸੀਂ ਜਿਹੜਾ ਅੱਜ ਦੀ ਜਿਹੜੀ ਖਾਸ ਮੁਲਾਕਾਤ ਦੇ ਵਿੱਚ ਸੁਣੀ ਹੈ, ਜਿਹੜੀ ਦਾਸਤਾਨ ਹੈ ਕਹੋਟਾ ਪਠਾਰ ਦੀ ਜਿਹੜੀ ਦਾਸਤਾਨ ਹੈ ਉਹ ਤੁਸੀਂ ਸਰਦਾਰ ਬਲਦੇਵ ਸਿੰਘ ਦੇ ਜਵਾਨੀ ਸੁਣਿਆ ਕਿਉਂਕਿ 1947 ਦੀ ਗੱਲ ਕੀਤੀ ਜਾਵੇ ਜੋ ਕੋਟਾ ਪਠਾਰ ਦੇ ਵਿੱਚ ਜੋ ਵਾਕਿਆ ਹੋਇਆ ਸੀ, ਜੋ ਸਿੰਘ ਸਿੰਘਣੀਆਂ ਸ਼ਹੀਦ ਕੀਤੀਆਂ ਗਈਆਂ ਸਨ, ਤਾਂ ਉਹਨਾਂ ਦੀ ਯਾਦ ਦੇ ਵਿੱਚ 7, 8 ਤੇ 9 ਮਾਰਚ ਨੂੰ ਜਿਹੜਾ ਗੁਰਦੁਆਰਾ ਮਹੱਲਾ ਕਰਤਾਰਪੁਰ ਕਹੋਟਾ ਨਾਭਾ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜਿਹੜੇ ਆਰੰਭ ਹੁੰਦੇ ਨੇ, ਉਸ ਤੋਂ ਬਾਅਦ ਕੀਰਤਨ ਸਮਾਗਮ ਵੀ ਕਰਵਾਏ ਜਾਂਦੇ ਨੇ। ਸੋ ਨਾਲ ਹੀ ਇਹਨਾਂ ਨੇ ਅਪੀਲ ਵੀ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਦੀਆਂ ਜਿਹੜੀਆਂ ਯਾਦਾਂ ਨੂੰ ਮਨਾਇਆ ਜਾਵੇ ਤੇ ਨਾਲ ਹੀ ਜਿਹੜਾ ਯਾਦਗਾਰ ਜਿਹੜੀ ਇੱਕ ਸਥਾਪਿਤ ਕੀਤੀ ਜਾਵੇ ਤਾਂ ਜੋ ਨੌਜਵਾਨ ਪੀੜ੍ਹੀ ਹੈ ਇਸ ਤੋਂ ਕੁਝ ਜਿਹੜੀ ਹੈ ਸੇਧ ਲੈ ਸਕੇ ਤੇ ਸਾਡਾ ਜਿਹੜਾ ਇਤਿਹਾਸ ਹੈ ਉਸ ਤੋਂ ਜਾਣੂ ਹੋ ਸਕੇ। ਸੋ ਪ੍ਰੋਗਰਾਮ ਖਾਸ ਮੁਲਾਕਾਤ ਤੋਂ ਬਸ ਇੰਨਾ ਹੀ। ਮੈਨੂੰ ਤੇ ਮੇਰੇ ਸਹਿਯੋਗੀ ਨੂੰ ਦਿਓ ਇਜਾਜ਼ਤ। ਧੰਨਵਾਦ।